ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਮੌਜੂਦ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਧੰਨਵਾਦ ਜੀ। ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਮਿਹਰਬਾਨੀ ਤੁਹਾਡੀ ਜੀ। ਸ਼ੁਕਰੀਆ। ਸਭ ਤੋਂ ਪਹਿਲਾਂ ਮੁੜ ਚ ਦਰਸ਼ਕਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਅਪੀਲ ਹੈ ਕਿ ਇਸ ਚਰਚਾ ਨੂੰ ਚੱਲਦਿਆਂ ਤੁਸੀਂ ਲਾਈਕ, ਸ਼ੇਅਰ, ਸਬਸਕ੍ਰਾਈਬ ਤੇ ਆਪਣੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਰਣ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਇਹ ਆ ਕਿ ਜੋ ਕੁਝ ਕੇਂਦਰ ਤੇ ਸੂਬਾ ਸਰਕਾਰਾਂ ਦੇ ਵਿਚਾਲੇ ਹੋ ਰਿਹਾ, ਆਪਾਂ ਓਵਰਆਲ ਦੇਖਾਂਗੇ ਜੋ ਕੁਝ ਪੱਛਮੀ ਬੰਗਾਲ 'ਚ ਹੁੰਦਾ ਰਿਹਾ, ਖਾਸ ਕਰ ਜਿਹੜਾ ਆਮ ਆਦਮੀ ਪਾਰਟੀ ਨੂੰ ਲੈ ਕੇ ਰਵੱਈਆ ਆ ਕੇਂਦਰ ਦਾ। ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਜਦੋਂ ਦੀ, ਭਾਵੇਂ ਪਹਿਲੇ ਮੁੱਢ ਤੋਂ ਜਦੋਂ ਬਣੀ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੀ ਵਾਰ ਵੀ ਸਰਕਾਰ ਬਣ ਚੁੱਕੀ ਆ, ਇਹੀ ਲਗਾਤਾਰ ਖਬਰਾਂ ਸਾਹਮਣੇ ਆਉਂਦੀਆਂ ਜਾਂ ਸਾਡੇ ਮਤਲਬ ਕਿ ਇਤਿਹਾਸ ਕਹਿ ਲਓ ਕਿ ਬਣ ਚੁੱਕਿਆ ਹੁਣ ਕਿ ਇਹਨਾਂ ਦੀ ਸਰਕਾਰ ਕਹਿੰਦੀ ਹੈ ਕਿ ਸਾਡੇ ਪੈਰ ਨਹੀਂ ਲੱਗਣ ਦਿੱਤੇ ਜਾਂਦੇ। ਉਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਵੇਂ ਐਲਜੀ ਸਾਹਿਬ ਦੇ ਜ਼ਰੀਏ ਜੋ ਕੁਝ ਹੋ ਰਿਹਾ। ਹੁਣ ਦਿੱਲੀ ਵਾਲੇ ਕਹਿੰਦੇ ਨੇ ਕਿ ਅਸੀਂ ਆਰਡੀਨੈਂਸ ਜਿਹੜਾ ਕੇਂਦਰ ਨੇ ਲਿਆਂਦਾ ਸੀਗਾ ਉਹਦੇ ਖਿਲਾਫ ਮਾਣਯੋਗ ਸੁਪਰੀਮ ਕੋਰਟ ਦਾ ਰੁਖ ਕਰਾਂਗੇ। ਉਹ ਕਹਿੰਦੇ ਕਿ ਆਈਏਐਸ ਲੌਬੀ ਜਿਹੜੀ ਹੈ ਉਹ ਹਾਵੀ ਕੀਤੀ ਪਈ ਹੈ ਇੱਕ ਸਰਕਾਰ ਦੇ ਉੱਤੇ, ਲੋਕਾਂ ਦੀ ਚੁਣੀ ਸਰਕਾਰ ਦੀ। ਪੰਜਾਬ 'ਚ ਵੀ ਇਹੀ ਕੁਝ ਦੇਖਣ ਨੂੰ ਮਿਲ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜੇ ਪੰਜਾਬ ਦੇ ਹੱਕ ਹਕੂਕ ਨੂੰ ਲੈ ਕੇ ਰਾਜਪਾਲ ਸਾਹਿਬ ਦਖਲਅੰਦਾਜ਼ੀ ਕਰਨਗੇ, ਬੇਵਜ੍ਹਾ ਤੰਗ ਕਰਨਗੇ, ਤਾਂ ਅਸੀਂ ਵੀ ਸੁਪਰੀਮ ਕੋਰਟ ਦਾ ਰੁਖ ਕਰਾਂਗੇ। ਕੇਜਰੀਵਾਲ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਿਰੋਧੀ ਧਿਰਾਂ ਦਾ ਇੱਕ ਏਕਾ ਹੋਣਾ ਨਿਤਿਸ਼ ਕੁਮਾਰ ਹੋਰਾਂ ਦੀ ਅਗਵਾਈ ਦੇ ਵਿੱਚ, ਉਹਨਾਂ ਨੂੰ ਸਾਰਿਆਂ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਇਸ ਮਸਲੇ ਦੇ ਉੱਤੇ ਜ਼ਰੂਰ ਜਿਹੜਾ ਉਹ ਮਤਾ ਪਾਓ ਜਾਂ ਇਸ ਮਸਲੇ ਦੇ ਉੱਤੇ ਵਿਚਾਰ ਕਰੋ ਜਾਂ ਸਾਨੂੰ ਸਹਿਯੋਗ ਦਿਓ, ਜਿਵੇਂ ਉਹਨਾਂ ਨੇ ਰਾਜ ਸਭਾ ਦੇ ਵਿੱਚ ਮੰਗਿਆ ਜਾਂ ਅੱਗੇ ਜਾ ਕੇ ਜੋ ਕੁਝ ਹੁੰਦਾ ਮੌਨਸੂਨ ਸੈਸ਼ਨ ਦੇ ਵਿੱਚ। ਇਹ ਸਾਰੇ ਵਰਤਾਰੇ ਨੂੰ ਕਿਉਂਕਿ ਸਿਆਸਤ ਜਿਹੜੀ ਹੈ ਆਮ ਆਦਮੀ ਪਾਰਟੀ ਬਨਾਮ ਬੀਜੇਪੀ ਦੀ ਕਿਸ ਤਰ੍ਹਾਂ ਦੀ ਅੱਗੇ ਹਾਵੀ ਹੁੰਦੀ ਜਾ ਰਹੀ ਹੈ? ਦੇਖੋ, ਮੈਨੂੰ ਇਹ ਲੱਗਦਾ ਹੈ ਜਦੋਂ ਵੀ ਜਿਹੜੀਆਂ ਦੋ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਦੀ ਦੋਨਾਂ ਦੀ ਆਪਸ ਵਿੱਚ ਸਿਆਸੀ ਟਕਰਾਓ ਹੈ ਸੱਤਾ ਲਈ, ਉਹਨਾਂ ਦੀ ਆਪਸ ਵਿੱਚ ਟਕਰਾਓਬਾਜ਼ੀ ਦੀਆਂ ਨੀਤੀਆਂ ਤਾਂ ਦਿਖਾਈ ਦੇਣਗੀਆਂ ਜਦੋਂ ਵੀ ਰਣਨੀਤੀ ਬਣੂਗੀ ਇੱਕ ਦੂਜੇ, ਕਿਉਂਕਿ ਟਕਰਾਅ ਉਹਨਾਂ ਦਾ ਆਮਣੇ ਸਾਹਮਣੇ ਹੈ। ਪਰੰਤੂ ਇਸ ਤੋਂ ਵੀ ਵੱਧ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕੇਵਲ ਜਿਹੜੀ ਸਭ ਤੋਂ ਪਹਿਲਾਂ ਸੱਤਾ ਪ੍ਰਾਪਤ ਕੀਤੀ ਉਹਨਾਂ ਨੇ ਕੇਵਲ ਤੇ ਕੇਵਲ ਦਿੱਲੀ ਵਿੱਚ। ਦਿੱਲੀ ਆਪਦੇ ਆਪ 'ਚ ਪੂਰਾ ਸੂਬਾ ਨਹੀਂ ਹੈ, ਉਹ ਛੋਟੀ ਸਟੇਟ ਹੈ, ਯੂਟੀ ਹੈ, ਤੇ ਉਹਦੀਆਂ ਜਿਹੜੀਆਂ ਨਿਯਮਾਵਲੀ ਹੈ ਜਾਂ ਉਹਨਾਂ ਦਾ ਜਿਹੜਾ ਸੰਵਿਧਾਨਕ ਹੱਕ ਨੇ ਉਹ ਮੁੱਖ ਮੰਤਰੀ ਦੇ ਦੂਜੇ ਸੂਬਿਆਂ ਦੇ ਬਰਾਬਰ ਨਹੀਂ। ਹੁਣ ਜਦੋਂ ਪੰਜਾਬ ਦੇ ਵਿੱਚ ਵੀ ਸਰਕਾਰ ਬਣ ਗਈ ਹੈ, ਉਸ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਕੇਜਰੀਵਾਲ ਜੀਆਂ ਨੂੰ ਇਹ ਲੱਗਦਾ ਹੋਏਗਾ ਕਿ ਜਦੋਂ ਮੈਂ ਕੌਮੀ ਪੱਧਰ ਦਾ ਨੇਤਾ ਬਣ ਕੇ ਉੱਭਰਨਾ ਚਾਹੂੰਗਾ ਤਾਂ ਸੱਤਾ ਦੇ ਵਿੱਚ ਜਿਹੜੀ ਹਿੱਸੇਦਾਰੀ ਹੈ ਕਿਤੇ ਇਹ ਕਲੇਮ ਨਾ ਹੋ ਜਾਵੇ ਕਿ ਦੂਜੀ ਸਟੇਟ ਦਾ ਮੁੱਖ ਮੰਤਰੀ ਹੈ ਜਿਹੜਾ ਉਹਨੂੰ ਇਹ ਲੱਗੇ ਕਿ ਮੈਂ ਵੀ ਵੱਡਾ ਲੀਡਰ ਹਾਂ, ਇਸ ਲਈ ਮੇਰੀ ਜਿਹੜੀ ਸੁਪਰਮੇਸੀ ਹੈ ਉਹ ਮੰਨ ਲਈ ਜਾਵੇ। ਇਸ ਕਰਕੇ ਮੈਨੂੰ ਲੱਗਦਾ ਉਹ ਕੇਂਦਰ ਨਾਲ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਟਕਰਾਅ ਲੈ ਕੇ ਆਪਣੇ ਆਪ ਨੂੰ ਵੱਡਾ ਦਿਖਾਉਣਾ ਉਹਨਾਂ ਦੀ ਮਜਬੂਰੀ ਹੈ, ਜੋ ਮੈਂ ਸਮਝ ਰਿਹਾ। ਕਿਉਂਕਿ ਜਦੋਂ ਆਪਾਂ ਪਾਰਟੀਆਂ ਦਾ ਵਰਤਾਰਾ ਦੇਖਦੇ ਆ ਨਾ, ਮੈਂ ਪਹਿਲਾਂ ਵੀ ਇਹ ਗੱਲ ਇੱਕ ਤੋਂ ਵੱਧ ਵਾਰ ਕਹਿ ਚੁੱਕਿਆ ਕਿ ਜੇ ਤਾਂ ਕੇਜਰੀਵਾਲ ਜੀ ਕੌਮੀ ਪੱਧਰ ਦੇ ਪ੍ਰਧਾਨ ਹੋਣ ਪਾਰਟੀ ਦੇ ਅਤੇ ਮੁੱਖ ਮੰਤਰੀ ਨਾ ਹੋਣ, ਫਿਰ ਉਹਨਾਂ ਦਾ ਕੱਦ ਬਿਲਕੁਲ ਵੱਡਾ ਦਿਖਾਈ ਦੇਵੇਗਾ। ਤੁਸੀਂ ਐਗਜ਼ਾਮਪਲ ਲੈ ਸਕਦੇ ਹੋ, ਜਿਵੇਂ ਮੈਡਮ ਸੋਨੀਆ ਗਾਂਧੀ ਦਿਖਾਈ ਦਿੰਦੇ ਸੀ, ਭਾਵੇਂ ਉਹ ਪ੍ਰਧਾਨ ਮੰਤਰੀ ਨਹੀਂ ਸੀ ਪਰ ਪਾਰਟੀ ਦੇ ਪ੍ਰਧਾਨ ਦੇ ਨਾਤੇ ਆਪਦੀ ਪਾਰਟੀ ਦੇ ਪ੍ਰਧਾਨ ਮੰਤਰੀ ਤੋਂ ਉੱਪਰ ਦਿਖਾਈ ਦਿੰਦੇ ਸੀ। ਪਰੰਤੂ ਹੁਣ ਕੇਜਰੀਵਾਲ ਜੀ, ਮੈਨੂੰ ਇਹ ਲੱਗ ਰਿਹਾ ਕਿ ਸੱਤਾ ਦਾ ਉਹ ਵੀ ਹੈ ਉਹਨਾਂ ਨੂੰ, ਉਹ ਦਿੱਲੀ ਦੀ ਚੀਫ ਮਿਨਿਸਟਰਸ਼ਿਪ ਛੱਡ ਵੀ ਨਹੀਂ ਸਕਦੇ। ਪਰੰਤੂ ਜਦੋਂ ਮੁਕਾਬਲਾ ਹੁੰਦਾ ਹੈ ਕਿ ਨਹੀਂ, ਇੱਕ ਹੋਰ ਸਟੇਟ 'ਚ ਜਿਹੜਾ ਮੁੱਖ ਮੰਤਰੀ ਹੈ ਉਹ ਫੁੱਲ ਫਲੈਜਡ ਸਟੇਟ ਹੈ, ਉਹ ਸਟੇਟ ਦਿੱਲੀ ਨਾਲੋਂ ਵੱਡੀ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਖਤਰਾ ਰਹਿੰਦਾ ਹੈ ਕਿਤੇ ਪ੍ਰੈਸ ਦੇ ਵਿੱਚ ਇਹ ਬਿਲਡ ਨਾ ਹੋ ਜਾਵੇ ਕਿ ਇਹ ਜਿਹੜਾ ਮੁੱਖ ਮੰਤਰੀ ਹੈ ਉਹਦਾ ਜਿਹੜਾ ਕੱਦ ਹੈ ਸੱਤਾ 'ਚ ਉਹ ਕੇਜਰੀਵਾਲ ਜੀ ਨਾਲੋਂ ਵੱਡਾ ਦਿਖਾਈ ਦਿੰਦਾ ਹੈ। ਤੇ ਜਦੋਂ ਵੀ ਫੈਸਲੇ ਹੋਣੇ ਨੇ ਕੋਈ ਹੋਰ, ਮੰਨ ਲਓ ਮੱਧ ਪ੍ਰਦੇਸ਼ 'ਚ, ਮੰਨ ਲਓ ਹਰਿਆਣੇ 'ਚ ਕੋਈ ਚੋਣਾਂ ਹੋਣ, ਕਿ ਉਦੋਂ ਇਹ ਜਿਹੜਾ ਮੁੱਖ ਮੰਤਰੀ ਹੈ, ਅੱਜ ਤੇ ਭਗਵੰਤ ਮਾਨ ਹੈ, ਕੱਲ ਨੂੰ ਕੋਈ ਵੀ ਹੋਵੇ, ਕਿ ਉਹ ਮੁੱਖ ਮੰਤਰੀ ਡਿਸੀਜਨ ਮੇਕਿੰਗ ਦੇ ਵਿੱਚ ਫੈਸਲਾਕੁਨ ਸਥਿਤੀ ਦੇ ਵਿੱਚ ਜਦੋਂ ਆਵੇ ਤਾਂ ਉਹ ਇਹ ਸਮਝੇ ਕਿ ਮੇਰੀ ਰਾਏ ਵੀ ਉਨੀ ਹੀ ਕੀਮਤ ਰੱਖੇ ਜਿੰਨੀ ਕੇਜਰੀਵਾਲ ਜੀ ਦੀ। ਇਸ ਕਰਕੇ ਮੈਨੂੰ ਇਹ ਲੱਗਦਾ ਕੇਜਰੀਵਾਲ ਜੀ ਆਪਦੇ ਆਪ ਨੂੰ ਇੱਕ ਵੱਡਾ ਨੇਤਾ ਦਿਖਾਉਣ ਲਈ ਉਹਨਾਂ ਦੀ ਇੱਕ ਮਜਬੂਰੀ ਬਣ ਗਈ
ਕਿ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਮੱਸਿਆ ਖੜੀ ਰਹੇ ਜਿਹੜੀ ਨੂੰ ਪ੍ਰੈਸ ਦੇ ਵਿੱਚ ਵੱਡਾ ਥਾਂ ਮਿਲੇ ਤੇ ਪ੍ਰੈਸ ਦੇ ਵਿੱਚ ਐਦਾਂ ਕੌਮੀ ਪੱਧਰ ਤੇ ਦਿਖਾਈ ਦੇਵੇ ਕਿ ਕੇਜਰੀਵਾਲ ਜੀ ਵੱਡੇ ਨੇਤਾ ਨੇ। ਹੁਣ ਇਹ ਹੈ ਕਿ ਜਿੱਥੋਂ ਤੱਕ ਉਹਨਾਂ ਦਾ ਸੰਵਿਧਾਨਕ ਹੱਕ ਹੈ, ਜੇਕਰ ਉਹਨੂੰ ਚੈਲੰਜ ਕਰ ਵੀ ਦਿੰਦੇ ਨੇ, ਪਹਿਲਾਂ ਵੀ ਉਹਨਾਂ ਨੇ ਸੁਪਰੀਮ ਕੋਰਟ ਚੈਲੰਜ ਕੀਤਾ, ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਹੁਣ ਵੀ ਉਹ ਸੁਪਰੀਮ ਕੋਰਟ ਚੈਲੰਜ ਕਰ ਸਕਦੇ ਨੇ, ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ। ਦੂਸਰਾ ਮੈਨੂੰ ਇਹ ਲੱਗਦਾ ਇਹ ਚ ਬੀਜੇਪੀ ਨੂੰ ਵੀ ਕਿਤੇ ਨਾ ਕਿਤੇ, ਜਦੋਂ ਆਪਾਂ ਇਹ ਕਹਿਣ ਨੂੰ ਤਾਂ ਕੋਈ ਦੋਸ਼ ਲਾਉਂਦਾ ਕਿ ਉਹ ਬੀ ਟੀਮ ਹੈ, ਇਹ ਏ ਟੀਮ ਹੈ, ਉਹ ਇਹ ਗੱਲ 'ਚ ਮੈਂ ਨਹੀਂ ਪੈਣਾ ਚਾਹੁੰਦਾ, ਪਰ ਬੀਜੇਪੀ ਨੂੰ ਵੀ ਇਸ ਗੱਲ ਦਾ ਫਾਇਦਾ ਹੈ ਕਿ ਜੇਕਰ ਸਿਆਸੀ ਗਲਿਆਰੇ ਦੇ ਵਿੱਚ, ਖਬਰਾਂ ਦੇ ਵਿੱਚ ਕੇਜਰੀਵਾਲ ਬੀਜੇਪੀ ਦੇ ਬਰਾਬਰ ਰਹਿੰਦੇ ਨੇ, ਤਾਂ ਜਿਹੜੀ ਉਹ ਸਪੇਸ ਹੈ ਕਾਂਗਰਸ ਨਹੀਂ ਖੋ ਸਕੇਗੀ, ਲੜਾਈ ਦੋਨਾਂ ਦੇ ਵਿੱਚ ਰਹੇਗੀ। ਇਸ ਕਰਕੇ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਇਹ ਗੱਲਾਂ ਬੀਜੇਪੀ ਨੂੰ ਵੀ ਸੂਟ ਕਰਦੀਆਂ ਨੇ। ਤੁਸੀਂ ਪੱਤਰਕਾਰ ਹੋ, ਅੱਜ ਕੱਲ ਆਧੁਨਿਕ ਯੁੱਗ ਦੇ ਵਿੱਚ ਖਬਰਾਂ ਦੇ ਵਿੱਚ ਬਣੇ ਰਹਿਣਾ ਸਿਆਸੀ ਨੇਤਾਵਾਂ ਦੀ ਮਜਬੂਰੀ ਹੈ। ਉਹ ਖਬਰਾਂ ਪੋਜ਼ਿਟਿਵ ਹੋਣ ਜਾਂ ਨੈਗੇਟਿਵ ਹੋਣ, ਇਹ ਇੱਕ ਉਦੋਂ ਬਾਅਦ ਦੀ ਗੱਲ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਖਬਰਾਂ ਦੇ ਵਿੱਚ ਬਣੇ ਰਹਿਣਾ ਇਹ ਕੇਜਰੀਵਾਲ ਜੀ ਦੀ ਮਜਬੂਰੀ ਹੈ। ਇਸ ਕਰਕੇ ਇਹ ਟਕਰਾਓ ਨੂੰ ਸੁਲਝਾਉਣ ਦੀ ਬਜਾਏ ਉਲਝਾਉਣਾ ਹੀ ਜ਼ਿਆਦਾ ਚੰਗਾ ਲੱਗਦਾ ਉਹਨਾਂ ਨੂੰ। ਜਿਵੇਂ ਪਿਛਲੇ ਸਮਿਆਂ ਦੇ ਵਿੱਚੋਂ ਧਾਰਾ 370 ਹਟਾ ਕੇ ਕਿਸੇ ਹੱਦ ਤੱਕ ਬੀਜੇਪੀ ਨੇ ਸਿਚੁਏਸ਼ਨ ਬਦਲ ਦਿੱਤੀ, ਪਰੰਤੂ ਕਾਂਗਰਸ ਤੇ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਇਹੀ ਚਾਹਿਆ ਕਿ ਇਸ 370 ਦੇ ਨਾਂ ਤੇ ਇਹਨੂੰ ਹੋਰ ਕੰਪਲਿਕੇਟਡ ਕਰਕੇ ਸਮੱਸਿਆਵਾਂ ਬਣੀਆਂ ਰਹਿਣ ਤੇ ਉਸ ਸਮੱਸਿਆ ਦੇ ਵਿੱਚੋਂ ਆਪਣੀ ਸਿਆਸਤ ਲਈ ਥਾਂ ਲੱਭੀ ਜਾਵੇ। ਸੋ ਇਸ ਤਰ੍ਹਾਂ ਮੈਨੂੰ ਲੱਗਦਾ ਇਹ ਚ ਕੇਜਰੀਵਾਲ ਜੀ ਦੀ ਵੀ ਇਸ ਤਰ੍ਹਾਂ ਦੀ ਰਣਨੀਤੀ ਮੈਨੂੰ ਸਮਝ ਚ ਆਉਂਦੀ ਹੈ ਜੀ। ਪ੍ਰੋਫੈਸਰ ਸਾਹਿਬ, ਇੱਕ ਖਾਸ ਗੱਲ ਇਹ ਹੈ ਨਾ ਕਿ ਇਹ ਤਾਂ ਸਭ ਨੂੰ ਸਾਫ਼ ਨੰਗਾ ਚਿੱਟਾ ਨਜ਼ਰ ਆਉਂਦਾ ਹੈ ਕਿ ਜੋ ਕੁਝ ਕੇਂਦਰ ਕਰ ਰਿਹਾ, ਭਾਵੇਂ ਉਹ ਦਿੱਲੀ ਦੇ ਨਾਲ ਹੈ, ਭਾਵੇਂ ਉਹ ਪੰਜਾਬ ਦੇ ਨਾਲ ਹੈ, ਜਾਂ ਪੱਛਮੀ ਬੰਗਾਲ ਦੇ ਨਾਲ ਹੈ, ਜਾਂ ਹੋਰ ਸਟੇਟਾਂ ਜਿਵੇਂ ਬਿਹਾਰ ਦੇ ਨਾਲ ਹੈ, ਜੋ ਕੁਝ ਜਿੱਥੇ ਉਹਨਾਂ ਦੀ ਨਹੀਂ ਸਰਕਾਰ, ਗੈਰ ਬੀਜੇਪੀ ਸ਼ਾਸਿਤ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਨੀਤੀ ਅਪਣਾਈ ਜਾਂਦੀ ਹੈ ਕਿ ਉਹਨੂੰ ਦਰਕਿਨਾਰ ਇਹੋ ਜਿਹੇ ਮਸਲਿਆਂ ਦੇ ਵਿੱਚ ਕੀਤਾ ਜਾ ਸਕਦਾ। ਠੀਕ ਹੈ, ਖਬਰਾਂ ਦੇ ਵਿੱਚ ਰਹਿਣਾ ਜਾਂ ਖਬਰਾਂ ਦੇ ਵਿੱਚ ਰਹਿਣ ਦੀ ਲਾਲਸਾ ਜਾਂ ਖਬਰਾਂ ਵਿੱਚ ਬਣਾ ਕੇ ਵਿਰੋਧੀ ਧਿਰਾਂ ਵੱਲੋਂ ਵੀ ਹੁੰਦਾ ਹੈ ਕਿ ਕਿਸੇ ਨਾ ਕਿਸੇ ਧਿਰ ਨੂੰ ਇਹੋ ਜਿਹਨੂੰ ਆਪਣੇ ਬਰਾਬਰ ਦਿਖਾਇਆ ਜਾਵੇ ਲੋਕਾਂ ਦੇ ਵਿੱਚ, ਬਾਅਦ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਕੁਚਲਣਾ ਜਾਂ ਕੀ ਕਰਨਾ ਉਹ ਬਾਅਦ ਦੀ ਗੱਲ ਹੈ। ਤੇ ਜਦੋਂ ਗੱਲ ਆਉਂਦੀ ਹੈ ਕਿ ਕੇਂਦਰੀ ਧੱਕਾ, ਇਹ ਤਾਂ ਯਕੀਨਨ ਤੌਰ ਤੇ ਮੰਨਿਆ ਜਾ ਸਕਦਾ ਜੋ ਕੁਝ ਪੰਜਾਬ 'ਚ ਵਾਪਰ ਰਿਹਾ, ਜਾਂ ਫਿਰ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਕਿ ਇੱਕ ਵੱਡੀ ਧਿਰ ਸਥਾਪਿਤ ਕੀਤੀ ਜਾਵੇ, ਕੀ ਇਹ ਵੀ ਕਹਿ ਸਕਦੇ ਹਾਂ? ਹਾਂ ਬਿਲਕੁਲ, ਇਹ ਜਾਣ ਬੁੱਝ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਕੇਂਦਰ ਵੱਲੋਂ ਵੀ ਜੋ ਨੀਤੀ, ਮੈਂ ਤੁਹਾਨੂੰ ਕਹਿਣਾ ਕਿ ਜੇ ਇਹ ਨੀਤੀ ਕੇਜਰੀਵਾਲ ਜੀ ਬਣਾ ਰਹੇ ਨੇ ਤਾਂ ਕੇਂਦਰ ਦੇ ਵਿੱਚ ਜਿਹੜੀ ਸੱਤਾ ਧਿਰ ਹੈਗੀ ਬੀਜੇਪੀ, ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਅਸੀਂ ਇੱਕ ਸਮੱਸਿਆ ਨੂੰ ਖੜੀ ਰੱਖੀਏ। ਉਹ ਸਮੱਸਿਆ ਜਦੋਂ ਜਵਲੰਤ ਹੋਏਗੀ ਤਾਂ ਅਖਬਾਰਾਂ ਦੇ ਵਿੱਚ ਸਾਨੂੰ ਸਪੇਸ ਮਿਲਦੀ ਰਹੇਗੀ। ਅਦਰਵਾਈਜ਼ ਜੇਕਰ ਇੱਥੇ ਇਹ ਸਮੱਸਿਆਵਾਂ ਨਾ ਹੋਣ ਤਾਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਬੀਜੇਪੀ ਦੇ ਤੋਂ ਬਿਨਾਂ ਕਿਸੇ ਹੋਰ ਸਰਕਾਰ ਦੀਆਂ ਨੇ, ਤਾਂ ਉੱਥੇ ਬੀਜੇਪੀ ਦਾ ਤਾਂ ਨਾਂ ਹੀ ਨਹੀਂ ਬੋਲੇਗਾ, ਫਿਰ ਤੇ ਪਰਫਾਰਮੈਂਸ 'ਚ ਉਹਨਾਂ ਦੇ ਨਾਂ ਬੋਲੇਗਾ ਨਾ। ਭਾਵੇਂ ਅਸੀਂ ਵਿਰੋਧੀ ਨੂੰ ਨਿੰਦਦੇ ਹਾਂ, ਇਸ ਕਰਕੇ ਵੀ ਵਿਰੋਧੀ ਜਦੋਂ ਨਿੰਦਦੇ ਹਾਂ, ਵਿਰੋਧੀ ਖਬਰਾਂ 'ਚ ਤਾਂ ਬਣਿਆ ਰਹਿੰਦਾ ਹੈ। ਇਸ ਕਰਕੇ ਉਹ ਪਾਰਟੀ ਜਿਹੜੀ ਸਟੇਟ 'ਚ ਰਾਜ ਕਰਦੀ ਹੈ ਅਤੇ ਜਿਹੜੀ ਕੇਂਦਰ 'ਚ ਰਾਜ ਕਰਦੀ ਹੈ, ਉਹਨਾਂ ਦੇ ਉਲਟ ਬੀਜੇਪੀ, ਦੋਵੇਂ ਪਾਰਟੀਆਂ ਇਸ ਗੱਲ ਨਾਲ ਖਬਰਾਂ 'ਚ ਬਣੀਆਂ ਰਹਿੰਦੀਆਂ ਨੇ। ਭਾਵੇਂ ਇਹ ਮੁੱਦੇ ਬਹੁਤ ਸਿਚੁਏਸ਼ਨਸ ਦੇ ਵਿੱਚ ਇੱਕ ਧਿਰ ਨੂੰ ਦਿਖਾਈ ਦਿੰਦਾ ਹੁੰਦਾ ਹੈ ਕਿ ਇਹ ਮੁੱਦਾ ਉਹਦੇ ਹੱਕ 'ਚ ਹੈ, ਉਹਦੇ ਨਾਲ ਜ਼ਿਆਦਤੀ ਹੋ ਰਹੀ ਹੈ, ਪਰ ਕਿਤੇ ਨਾ ਕਿਤੇ ਮੈਂ ਫੇਰ ਕਹਿਣਾ ਪ੍ਰੈਸ ਦੇ ਵਿੱਚ ਵਿਰੋਧੀ ਧਿਰ ਨੂੰ ਇਹ ਪਤਾ ਹੁੰਦੇ ਹੋਏ ਕਿ ਇਹ ਮੁੱਦਾ ਸੰਵਿਧਾਨਕ ਤੌਰ ਤੇ ਠੀਕ ਨਹੀਂ ਹੈ, ਪਰ ਉਹਦੇ ਬਾਵਜੂਦ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਖਬਰਾਂ ਦੇ ਵਿੱਚ ਸਪੇਸ ਮਿਲ ਰਹੀ ਹੈ, ਨਿਊਜ਼ ਦੇ ਵਿੱਚ ਸਪੇਸ ਮਿਲ ਰਹੀ ਹੈ, ਮੀਡੀਆ 'ਚ ਸਪੇਸ ਮਿਲ ਰਹੀ ਹੈ, ਇਸ ਕਰਕੇ ਇਹ ਮੁੱਦਾ ਬਣਾਈ ਰੱਖਣਾ ਉਹ ਪਾਰਟੀ ਦੀ ਹੋਂਦ ਨੂੰ ਸਟੇਟ ਦੇ ਵਿੱਚ ਕਿਤੇ ਨਾ ਕਿਤੇ ਉਭਾਰਦਾ ਹੈ। ਮੈਨੂੰ ਇਹ ਲੱਗਦਾ ਜਿਵੇਂ ਆਪਾਂ ਪੰਜਾਬ 'ਚ ਵੀ ਗੱਲ ਕਹੀਏ, ਪੰਜਾਬ 'ਚ ਜਿਵੇਂ ਜਿਵੇਂ ਵੱਖਰੇਵੇਂ ਮਤਭੇਦ ਉੱਭਰਦੇ ਨੇ ਤਾਂ ਉਹਦੇ ਨਾਲ ਬੀਜੇਪੀ ਨੂੰ ਵੀ ਲੱਗ ਰਿਹਾ ਹੈ ਕਿ ਸਾਨੂੰ ਸਟਰੈਂਥ ਮਿਲ ਰਹੀ ਹੈ, ਅਸੀਂ ਲੋਕਾਂ ਦੇ ਵਿੱਚ ਜਿਉਂਦੇ ਜਾਗਦੇ ਦਿਖਾਈ ਦੇ ਰਹੇ ਹਾਂ। ਇੱਕ ਹਾਲਾਤ ਏਦਾਂ ਦੇ ਬਣੇ ਨੇ ਕਿ ਆਮ ਆਦਮੀ ਪਾਰਟੀ ਤੋਂ ਬਿਨਾਂ ਕਾਂਗਰਸ ਤੇ ਅਕਾਲੀ ਦਲ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ, ਇਸ ਤਰ੍ਹਾਂ ਹੀ ਦਿੱਲੀ ਦੇ ਵਿੱਚ ਕਾਂਗਰਸ ਵਿਸ਼ੇਸ਼ ਤੌਰ ਤੇ, ਇਹ ਪਾਰਟੀਆਂ ਇੰਨੀਆਂ ਕਮਜ਼ੋਰ ਹੋਈਆਂ ਨੇ,
ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਲੱਗਦਾ ਹੋਊਗਾ ਕਿ ਇਹਨਾਂ ਨੂੰ ਉੱਭਰਨ ਲਈ ਥਾਂ ਹੀ ਨਾ ਮਿਲੇ, ਜਿਹੜੀ ਸਪੇਸ ਖਾਲੀ ਹੋਵੇ ਉਹ ਬੀਜੇਪੀ ਕਵਰ ਕਰ ਲੇ, ਤੇ ਜਾਂ ਵਿਰੋਧੀ ਧਿਰ ਹੈ ਜਿਹੜੀ ਇੱਥੇ ਵੀ ਆਮ ਆਦਮੀ ਪਾਰਟੀ ਹੈ ਉੱਥੇ ਵੀ ਆਮ ਆਦਮੀ ਪਾਰਟੀ ਹੈ, ਕਿ ਉਹ ਜਿਵੇਂ ਜਿਵੇਂ ਥਾਂ ਖਾਲੀ ਹੋਵੇ, ਰਾਜਨੀਤਿਕ ਸਪੇਸ ਖਾਲੀ ਹੋਵੇ, ਉਹ ਇਹ ਦੋਨਾਂ ਪਾਰਟੀਆਂ ਆਪਸ ਵਿੱਚ ਹਥਿਆਰ ਲੈਣ। ਇਹ ਇਸ ਤਰ੍ਹਾਂ ਦੀਆਂ ਰਣਨੀਤੀਆਂ ਦੋਵਾਂ ਵੱਲੋਂ ਚਲਾਈਆਂ ਜਾ ਰਹੀਆਂ ਨੇ। ਪਰ ਜਿਸ ਤਰੀਕੇ ਕੇਜਰੀਵਾਲ ਸਾਹਿਬ ਨੇ ਬਾਕੀ ਸਾਰੀਆਂ ਸਹਿਯੋਗੀ ਪਾਰਟੀਆਂ ਦਾ ਸਹਿਯੋਗ ਮੰਗਿਆ ਕਿ ਤੁਸੀਂ ਸਾਡੇ ਨਾਲ ਖੜੋ, ਤੇ ਕਾਂਗਰਸ ਨੇ ਜਿਸ ਤਰੀਕੇ ਨਾਲ ਚੁੱਪੀ ਵੱਟੀ ਰੱਖੀ, ਭਾਵੇਂ ਕਪਿਲ ਸਿੱਬਲ ਉਹਨਾਂ ਦੀ ਸਟੇਜ ਤੇ ਪਿੱਛੇ ਜੇ ਨਜ਼ਰ ਆਏ ਨੇ ਜਦੋਂ ਉਹਨਾਂ ਨੇ ਮਹਾ ਰੈਲੀ ਇੱਕ ਦਿੱਲੀ ਦੇ ਵਿੱਚ ਕੀਤੀ ਸੀਗੀ ਇਸ ਸਾਰੇ ਮਸਲੇ ਨੂੰ ਲੈ ਕੇ, ਹੁਣ ਜਿਵੇਂ ਚਿੱਠੀ ਲਿਖ ਕੇ ਸਹਿਯੋਗ ਮੰਗਿਆ ਗਿਆ, ਕੀ ਕਾਂਗਰਸ ਨੂੰ ਇਸ ਵਿੱਚ ਅੱਗੇ ਵਧਣਾ ਚਾਹੀਦਾ ਹੈ ਜਾਂ ਖੁੱਲੇ ਰੂਪ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ? ਜਿਵੇਂ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਪੇਚਾ ਫਸਿਆ, ਪ੍ਰਤਾਪ ਸਿੰਘ ਬਾਜਵਾ ਹੋ ਗਏ ਜਾਂ ਹੋਰ ਸੀਨੀਅਰ ਲੀਡਰ ਇਹਨਾਂ ਦੇ ਕਹਿੰਦੇ ਨੇ ਕਿ ਇਹ ਬਿਲਕੁਲ ਵੀ ਸੰਭਵ ਨਹੀਂ ਹੈਗਾ ਕਿ ਤੁਸੀਂ ਪੰਜਾਬ 'ਚ ਕੀ ਕਰਦੇ ਹੋ ਤੇ ਨੈਸ਼ਨਲ ਲੈਵਲ ਤੇ ਤੁਸੀਂ ਕਿੱਦਾਂ ਦੀ ਸਪੋਰਟ ਭਾਲਦੇ ਹੋ। ਹਾਂ, ਇਹ ਜ਼ਰੂਰ ਹੈ ਕਿ ਜੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਕੋਈ ਤਾਣੀ ਫਰੋਲੀ ਜਾ ਰਹੀ ਆ ਤਾਂ ਯਕੀਨਨ ਤੌਰ ਦੇ ਉੱਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿ ਪਾਰਟੀਆਂ ਨੂੰ ਇਸ ਸਭ ਤੋਂ ਉੱਪਰ ਨਹੀਂ ਉੱਠਣਾ ਚਾਹੀਦਾ ਕਿ ਜੀ ਜੋ ਜਾਂਚ ਚੱਲ ਰਹੀ ਉਹ ਚੱਲਣ ਦਿਓ। ਜੇ ਤੁਸੀਂ ਸਾਫ਼ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਭ੍ਰਿਸ਼ਟਾਚਾਰ ਨਹੀਂ ਕੀਤਾ ਤਾਂ ਫਿਰ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ, ਤੇ ਜੇ ਦੂਜੀ ਧਿਰ ਜੇ ਉਹ ਖੱਜਲ ਖੁਆਰ ਕਰਦੀ ਵੀ ਆ ਤਾਂ ਉਹ ਵੀ ਜਵਾਬਦੇਹ, ਉਹਦੀ ਵੀ ਬਣਦੀ ਹੈ, ਉਹਦੀ ਵੀ ਜਵਾਬਦੇਹੀ ਬਣਦੀ ਹੈ ਕਿ ਕੀ ਜਾਣ ਬੁੱਝ ਕੇ ਤੁਸੀਂ ਕਿਸੇ ਨੂੰ ਮੈਂਟਲੀ ਟੌਰਚਰ ਕਰਦੇ ਹੋ ਜਾਂ ਕਿਸੇ ਨੂੰ ਇਸ ਤਰੀਕੇ ਨਾਲ ਉਲਝਾ ਕੇ ਰੱਖਦੇ ਹੋ। ਪਤਾ ਤਾਂ ਸਭ ਨੂੰ ਹੈ ਕਿ ਪੰਜਾਬ ਦਾ ਪੈਸਾ ਕਿਸ ਤਰ੍ਹਾਂ ਲੁੱਟਿਆ ਗਿਆ, ਪੰਜਾਬ ਨੂੰ ਕਿਸ ਹਿਸਾਬ ਦੇ ਨਾਲ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਗਈ, ਉਹ ਸਭ ਨੂੰ ਪਤਾ ਆ, ਪਰ ਇੱਕ ਤੌਰ ਤਰੀਕਾ ਹੁੰਦਾ ਕਿ ਉਹ ਕਿਸ ਤਰੀਕੇ ਨਾਲ ਵਸੂਲ ਕਰਨਾ। ਸੁਖਵਿੰਦਰ ਜੀ, ਇੱਕ ਖੇਡ ਹੁੰਦੀ ਹੈ ਰੱਸਾਕੱਸੀ ਜਿਹਨੂੰ ਅਸੀਂ ਕਹਿੰਦੇ ਆ। ਜਦੋਂ ਉਹ ਖੇਡ 'ਚ ਰੱਸਾਕੱਸੀ ਹੁੰਦੀ ਹੈ ਜਿਹੜੀ, ਉਹ ਤੇ ਪੈਰ ਤੇ ਪੈਂਤੜਾ ਦੇਖਣਾ ਪੈਂਦਾ ਕਿ ਹੁਣ ਸਾਡੀ ਪੋਜੀਸ਼ਨ ਕੀ ਆ, ਹੁਣ ਕਿਹੜਾ ਪੈਂਤੜਾ ਲਿਆ ਜਾਵੇ, ਪਿੱਛੇ ਅਸੀਂ ਕੀ ਗਵਾ ਗਏ, ਕੀ ਨੁਕਸਾਨ ਹੋ ਗਿਆ, ਉਹਨੂੰ ਇੱਕਦਮ ਭੁੱਲ ਕੇ ਚੱਲਣਾ ਪੈਂਦਾ ਹੈ। ਜਿਹੜੀਆਂ ਵੀ ਸਿਆਸੀ ਪਾਰਟੀਆਂ ਨੇ, ਇਹ ਸਿਆਸੀ ਪਾਰਟੀਆਂ ਹਰ ਇੱਕ ਅੱਜ ਦੇ ਮੁੱਦੇ ਹੋਰ ਹੋਣਗੇ, ਕੱਲ ਦੇ ਮੁੱਦੇ ਹੋਰ ਹੋਣਗੇ, ਆਉਣ ਵਾਲੇ ਸਮੇਂ ਦੇ ਮੁੱਦੇ ਹੋਰ ਹੋਣਗੇ, ਤੇ ਇਹ ਰੱਸਾਕੱਸੀ ਦੀ ਖੇਡ ਵਾਂਗੂ ਤੁਰੰਤ ਪੈਂਤੜਾ ਬਦਲਦੇ ਰਹਿਣਗੇ, ਤੇ ਉਹ ਪੈਂਤੜੇ ਦੇ ਅਨੁਸਾਰ ਹੀ ਆਪਣੇ ਸਟੈਂਡ ਬਦਲਦੇ ਰਹਿਣਗੇ। ਭਾਵੇਂ ਆਪਾਂ ਅਖਲਾਕੀ ਤੌਰ ਤੇ ਜਿੰਨੀ ਮਰਜ਼ੀ ਰੌਲਾ ਪਾਈਏ ਵੀ ਕੱਲ ਤੁਹਾਡਾ ਸਟੈਂਡ ਇਹ ਸੀ, ਅੱਜ ਤੁਹਾਡਾ ਸਟੈਂਡ ਕੀ ਹੈ, ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਏਗਾ ਕਿ ਜਿਹੜਾ ਵੀ ਯੂਨੀਵਰਸਿਟੀਆਂ ਦੇ ਸੰਬੰਧ 'ਚ ਮੁੱਖ ਮੰਤਰੀ ਨੂੰ ਚਾਂਸਲਰ ਦਾ ਜਿਹੜਾ ਮਤਾ ਆਇਆ, ਉਸ ਮਤੇ ਤੇ ਅਕਾਲੀ ਦਲ ਨੇ ਸਪੋਰਟ ਕੀਤਾ, ਲੇਕਿਨ ਆਪਦੇ ਵਾਲੇ ਮਤੇ ਤੇ ਇਹ ਕਿਹਾ ਕਿ ਨਹੀਂ ਜੀ, ਅਮੈਂਡਮੈਂਟ ਜਿਹੜੀ ਇਹ SGPC ਜੇ ਚਾਹੂਗੀ ਤਦ ਜਾ ਕੇ ਸਰਕਾਰ ਕੁਝ ਕਰ ਸਕਦੀ ਹੈ, ਇਸ ਤਰ੍ਹਾਂ ਨਹੀਂ ਇਹਨਾਂ ਨੂੰ ਇਨੀਸ਼ੀਏਟ ਕਰਨਾ ਚਾਹੀਦਾ। ਸੋ ਇਹ ਸਾਰੇ ਪੈਂਤਰੇ ਹੁੰਦੇ ਨੇ। ਅਦਰਵਾਈਜ਼ ਇਹਦੇ ਵਿੱਚ ਇਹ ਵੀ ਤਾਂ ਕਿਹਾ ਜਾ ਸਕਦਾ ਸੀ ਕਿ ਯੂਨੀਵਰਸਿਟੀ ਦੀ ਸਿੰਡੀਕੇਟ, ਯੂਨੀਵਰਸਿਟੀ ਦੀਆਂ ਬੋਡੀਜ਼ ਜੇ ਉਹ ਪ੍ਰਪੋਜ਼ ਕਰਨਗੀਆਂ ਤਾਂ ਮਤਲਬ ਇਸ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਨੇ। ਇੱਥੇ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਏਦਾਂ ਸਿੱਧਾ ਇਹ ਕਹਿਣਾ ਕਿ ਕੇਜਰੀਵਾਲ ਨੂੰ ਵੱਧ ਤੋਂ ਵੱਧ ਅਧਿਕਾਰ ਦੇ ਦਿੱਤੇ ਜਾਣ, ਇਹਦੇ ਲਈ ਸਾਨੂੰ ਕੋਈ ਪ੍ਰਿੰਸੀਪਲ ਬਣਾਉਣਾ ਪਊਗਾ, ਚੌਕਟਾ ਦਿਖਾਉਣਾ ਪਊਗਾ, ਫਰੇਮਵਰਕ ਦਿਖਾਉਣਾ ਪਊਗਾ ਵੀ ਕਾਹਦੇ ਲਈ ਅਧਿਕਾਰ ਦਿੱਤੇ ਜਾਣ। ਉਹਦੇ ਲਈ ਫਿਰ ਜਿਹੜਾ ਫਰੇਮਵਰਕ ਬਣਦਾ ਉਹ ਹੈ ਜੀ ਕਿ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਤੇ ਜਦੋਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੋਈ, ਧਾਰਾ 370 ਤੋੜਨ ਦੀ ਗੱਲ ਆਈ, ਸਭ ਤੋਂ ਪਹਿਲੀ ਮਦਦ ਕੇਜਰੀਵਾਲ ਜੀ ਨੇ ਕੀਤੀ ਜੰਮੂ ਕਸ਼ਮੀਰ ਦੇ ਖਿਲਾਫ ਬੀਜੇਪੀ ਦੀ, ਕਿ ਧਾਰਾ 370 ਬਿਲਕੁਲ ਤੋੜਨੀ ਚਾਹੀਦੀ ਹੈ। ਕੁੱਲ ਮਿਲਾ ਕੇ ਤਾਂ ਧਾਰਾ 370 ਤੋੜਨਾ ਵੀ ਰਾਜਾਂ ਦੇ ਵੱਧ ਅਧਿਕਾਰਾਂ ਦੇ ਵਿੱਚ ਦਖਲ ਦੇਣਾ ਸੀ ਨਾ, ਉਹ ਵੀ ਤਾਂ ਰਾਜਾਂ ਦੇ ਅਧਿਕਾਰਾਂ ਨੂੰ ਘੱਟ ਹੀ ਕੀਤਾ। ਸੋ ਇਸ ਕਰਕੇ ਉਦੋਂ ਕੇਜਰੀਵਾਲ ਜੀ ਚੁੱਪ ਰਹੇ, ਲੇਕਿਨ ਹੁਣ ਜਦੋਂ ਕੇਜਰੀਵਾਲ ਜੀ ਨੂੰ ਲੱਗਿਆ ਕਿ ਇਹ ਤਾਂ ਗੱਲ ਗਲਤ ਹੋ ਗਈ, ਹੁਣ ਉਹ ਬਾਰ-ਬਾਰ ਇਹ ਮੁੱਦਾ ਉਠਾਉਣਗੇ। ਅੱਛਾ, ਉਹ ਰੱਸਾਕੱਸੀ ਦੀ ਖੇਡ ਵਾਂਗੂ ਹੁਣ ਜਦੋਂ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਇਕੱਠੇ ਹੋਣ ਜਾ ਰਹੀਆਂ ਨੇ, ਇਸ ਲਈ ਕੇਜਰੀਵਾਲ ਜੀ ਨੂੰ ਹੋਰ ਵੀ ਮੌਕਾ ਮਿਲ ਗਿਆ ਵੀ ਉਹਨਾਂ ਨੇ ਇਹ ਜ਼ਰੂਰ ਅੜੰਗਾ ਉਡਾਉਣਾ ਹੈ ਕਿ ਮੈਂ ਤੁਹਾਡੇ ਨਾਲ ਇਕੱਠ 'ਚ ਸ਼ਾਮਲ ਤਾਂ ਹੋਊਗਾ ਜੇਕਰ ਤੁਸੀਂ ਸਾਰੇ ਮੈਨੂੰ ਸਪੋਰਟ ਕਰੋ ਕਿ ਜੀ ਮੇਰਾ ਜਿਹੜਾ ਸਟੈਂਡ ਠੀਕ ਹੈ। ਹੁਣ ਇੱਥੇ ਆ ਕੇ ਜਿੱਥੇ ਕਾਂਗਰਸ ਦੀ ਜ਼ਮੀਨ ਹੈ, ਕਾਂਗਰਸ ਦੀ ਵੀ ਪੰਜਾਬ ਦੇ ਵਿੱਚ ਜ਼ਮੀਨ ਹੈ। ਮੈਂ ਜੇ ਤੁਹਾਨੂੰ ਪੁਰਾਣੀ ਗੱਲ ਦੱਸਾਂ, ਤੁਹਾਡੇ ਯਾਦ ਹੋਵੇ ਜਦੋਂ ਕਾਂਗਰਸ ਨੇ ਯੂਪੀ ਦੇ ਵਿੱਚ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ ਹੈ, ਉਹ ਇਸੇ ਕਰਕੇ ਹੋਇਆ ਸੀ ਕਿ ਕਾਂਗਰਸ ਨੇ ਮਾਇਆਵਤੀ ਜੀ ਨਾਲ, BSP ਨਾਲ ਇੱਕ ਸਮਝੌਤਾ ਕਰ ਲਿਆ। ਸਮਝੌਤੇ ਦੇ ਵਿੱਚ ਨਰਸਿਮਹਾ ਰਾਓ ਦੀ ਸਰਕਾਰ ਸੀ, ਸਿੱਧਾ ਇਹ ਮੰਨ ਲਿਆ ਕਿ 66% ਸੀਟਾਂ ਤੇ ਤੁਸੀਂ ਲੜੋਗੇ, 33% ਤੇ ਅਸੀਂ, ਤੇ ਜਿਹੜੇ ਹਲਕਿਆਂ 'ਚ 66% ਹਲਕਿਆਂ ਦੇ ਵਿੱਚ
ਜਿੱਥੇ ਕਾਂਗਰਸੀ ਨੇਤਾ ਐਗਜ਼ਿਸਟ ਕਰਦੇ ਸੀ, ਚਾਹੇ ਉਹਨਾਂ ਦੀ ਤਾਕਤ ਘੱਟ ਸੀ, ਪਰੰਤੂ ਉਹਨਾਂ ਨੂੰ ਲੱਗਿਆ ਕਿ ਜੇਕਰ ਅਸੀਂ ਭੈਣ ਮਾਇਆਵਤੀ ਦੀ ਅਧੀਨਗੀ ਚ ਮਾਇਆ ਕਾਂਗਰਸ ਜਾਣਾ, ਕਿਉਂ ਨਾ ਸਿੱਧੇ ਚਲੇ ਜਾਈਏ। ਉੱਥੇ ਸਾਰੇ ਕਿਤੇ ਕਾਂਗਰਸ ਦਾ ਵੋਟ ਬੈਂਕ ਸ਼ਿਫਟ ਹੋ ਕੇ ਜਾਂ ਕਾਂਗਰਸ ਦੇ ਨੇਤਾ ਸ਼ਿਫਟ ਹੋ ਕੇ ਸਾਰੇ ਦੇ ਸਾਰੇ ਬੀਐਸਪੀ ਚਲੇ ਗਏ ਜਾਂ ਹੋਰ ਪਾਰਟੀਆਂ ਚਲੇ ਗਏ, ਕਾਂਗਰਸ ਖਤਮ ਹੋ ਗਈ। ਸੋ ਇਸ ਤਰ੍ਹਾਂ ਜੇਕਰ ਸਮਝੌਤਾ ਕਾਂਗਰਸ ਕੋਈ ਕਰ ਲੈਂਦੀ ਹੈ ਪੰਜਾਬ ਦੇ ਵਿੱਚ ਇਸ ਦਾ ਪੇਚ ਚ, ਕਿ ਠੀਕ ਹੈ ਜੋ 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 ਕੇਜਰੀਵਾਲ ਨੇ ਸਿੱਧਾ ਮੰਗ ਲਿਆ ਹੁਣ ਤੇ ਕਿ ਦਿੱਲੀ ਤੇ ਪੰਜਾਬ ਸਾਨੂੰ ਛੱਡ ਦਿਓ, ਮੱਧ ਪ੍ਰਦੇਸ਼ ਗੁਜਰਾਤ ਵਗੈਰਾ ਵਗੈਰਾ ਉਹ ਤੁਹਾਨੂੰ ਛੱਡ ਦਿਆਂਗੇ ਅਸੀਂ, ਤਾਂ ਇਹਦਾ ਮਤਲਬ ਕਾਂਗਰਸ ਦਾ ਸਫਾਇਆ ਹੋ ਜਾਣਾ ਹੈ। ਕਿਉਂਕਿ ਅਲਟੀਮੇਟਲੀ ਜਿਹੜੇ ਕਾਂਗਰਸ ਦੇ ਨੇਤਾ ਭਾਵੇਂ ਉਹ ਹਾਰੇ ਹੋਏ ਹੋਣ, ਹਲਕਿਆਂ 'ਚ ਕੰਮ ਤਾਂ ਕਰ ਰਹੇ ਨੇ, ਉਹਨਾਂ ਨਾਲ ਇੱਕ ਵੋਟ ਬੈਂਕ ਤਾਂ ਜੁੜਿਆ ਹੋਇਆ ਹੈ। ਜੇ ਉਹਨਾਂ ਨੂੰ ਆਪਣੇ ਕੰਮ ਕਰਾਉਣ ਲਈ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਹਾੜੇ ਕੱਢਣੇ ਪੈਣੇ ਹੈ, ਫਿਰ ਉਹ ਕਹਿਣਗੇ ਕਿਉਂ ਨਾ ਆਪਾਂ ਸਿੱਧੇ ਆਮ ਆਦਮੀ ਪਾਰਟੀ ਜੁਆਇਨ ਕਰ ਲਓ, ਫਿਰ ਪਹਿਲਾਂ ਕਾਂਗਰਸ ਕੋਲ ਕਵਾਂਗੇ, ਫਿਰ ਉਹ ਲੀਡਰ ਬਾਇਆ ਕਹੇਗਾ, ਲੰਬਾ ਚੈਨਲ ਕਰਾਂਗੇ। ਇਸ ਕਰਕੇ ਕਾਂਗਰਸ ਨੂੰ ਇਸ ਗੱਲ ਤੋਂ ਡਰ ਲੱਗਦਾ ਹੈ ਕਿ ਸਾਡੀ ਜ਼ਮੀਨ ਹੈ ਜਿਹੜੀ ਉਹ ਅਸੀਂ ਨਹੀਂ ਛੱਡਣੀ। ਇਸੇ ਕਰਕੇ ਇਹ ਝਗੜੇ ਨੇ। ਇਹ ਉਸ ਤੋਂ ਬਾਅਦ ਜਿਹੜਾ ਆਪਾਂ ਕਹਿੰਦੇ ਬਹਾਨਾ ਬਣਾਇਆ ਜਾਂਦਾ ਹੈ ਕਿ ਅਸੀਂ ਪੈਂਤੜਾ ਕੀ ਲੈਂਦੇ ਆ, ਉਹ ਖਾਸ ਗੱਲ ਹੈ। ਉਹ ਪੈਂਤੜਾ, ਕਿਉਂਕਿ ਪੈਂਤੜਾ ਜਿਹੜਾ ਲੋਕਾਂ ਨੂੰ ਦਿਖਾਉਣਾ ਹੁੰਦਾ ਹੈ, ਚਾਲ ਜਿਹੜੀ ਤੁਹਾਡੇ ਰਣਨੀਤੀ ਅੰਦਰ ਤੁਸੀਂ ਬਣਾਈ ਹੁੰਦੀ ਹੈ, ਬਾਹਰ ਦਿਖਾਵਾ ਹੋਰ ਹੁੰਦਾ ਹੈ। ਕਿਉਂਕਿ ਜੇ ਬਾਹਰ ਅਸੀਂ ਸਾਰੇ ਹੀ ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਹ ਫੱਟਾ ਲਾ ਲੈਣ ਕਿ ਅਸੀਂ ਤੇ ਸੱਤਾ ਦੀ ਲੜਾਈ ਲੜ ਰਹੇ, ਜਿਹੜੀ ਗੱਲ ਸੱਚ ਹੈ, ਪਰ ਉਹ ਸੱਤਾ ਦੀ ਲੜਾਈ ਨਹੀਂ ਕਹਿਣਗੇ। ਅਕਾਲੀ ਦਲ ਕਹਿੰਦਾ ਅਸੀਂ ਪੰਥ ਦੀ ਲੜਾਈ ਲੜ ਰਹੇ ਹਾਂ, ਆਮ ਆਦਮੀ ਪਾਰਟੀ ਕਹਿੰਦੇ ਅਸੀਂ ਪੰਜਾਬੀਆਂ ਦੀ ਲੜਾਈ ਲੜ ਰਹੇ ਹਾਂ, ਕਾਂਗਰਸ ਕਹਿੰਦੀ ਅਸੀਂ ਪੰਜਾਬ ਬਚਾਉਣ ਦੀ ਲੜਾਈ ਬੇਟੀ ਬਚਾਉਣ ਦੀ ਲੜਾਈ ਲੜ ਰਹੇ ਹਾਂ, ਉਧਰ ਜਿਹੜਾ ਉਹ ਬੀਜੇਪੀ ਕਹਿੰਦੀ ਅਸੀਂ ਦੇਸ਼ ਬਚਾਉਣ ਦੀ ਲੜਾਈ ਲੜ ਰਹੇ ਹਾਂ। ਅਲਟੀਮੇਟਲੀ ਲੜ ਸਾਰੇ ਆਪਣੀ ਸੱਤਾ ਲਈ ਰਹੇ ਨੇ, ਸੱਚ ਇਹੀ ਹੈ। ਸੋ ਇਸ ਕਰਕੇ ਬੜੀ ਬੜੀ ਸੋਹਣੀ ਕਹਾਣੀ ਹੈ ਕਿ ਪੰਜਾਬ ਦੇ ਲੋਕ ਫੋਕਲੋਰ ਦੀ, ਕਿ ਜਦੋਂ ਇੱਕ ਲੜਾਈ ਹੋਈ, ਇੱਕ ਮਾਤਾ ਦਾ ਪੁੱਤਰ ਸੀ, ਉਹ ਲੜਾਈ ਦੇ ਵਿੱਚ ਜਦੋਂ ਅੱਗੇ ਗਿਆ ਨਾ ਤੇ ਮਾਤਾ ਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਕਿ ਪੁੱਤਰਾ ਪਿਛਾਹਾਵੇਂ ਪਿੰਡਾ ਗਾਹਾਵੇਂ, ਕਿ ਪਿੰਡ ਵਾਲੇ ਤੁਸੀਂ ਅੱਗੇ ਵਧੋ, ਮੇਰੇ ਪੁੱਤ ਵੀ ਪੁੱਤ ਤੂੰ ਪਿਛਾਹ ਆ ਜਾ। ਸੋ ਇਸ ਕਿਸਮ ਦਾ ਪੈਂਤੜਾ ਸਾਰੀਆਂ ਪੋਲੀਟੀਕਲ ਪਾਰਟੀਆਂ ਖੇਡਦੀਆਂ ਨੇ, ਤੇ ਮੈਨੂੰ ਲੱਗਦਾ ਹੈ ਕਿ ਇਸ ਪੈਂਤੜੇ ਤੋਂ ਵੱਧ ਕੁਝ ਨਹੀਂ ਹੈ ਜੀ। ਅੱਛਾ ਪ੍ਰੋਫੈਸਰ, ਇੱਕ ਬੜੀ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਜਦੋਂ ਕੋਈ ਮਾੜਾ ਮੋਟਾ ਸੱਟ ਵੱਜਦੀ ਹੈ ਕੇਂਦਰ ਵੱਲੋਂ, ਤਾਂ ਫਿਰ ਬਹੁਤ ਛੇਤੀ ਸੂਬਿਆਂ ਦੇ ਅਧਿਕਾਰ ਜਾਂ ਖੁਦ ਮੁਖਤਿਆਰੀ ਜਾਂ ਫੈਡਰਲਿਜ਼ਮ ਇਹੋ ਜਿਹੀਆਂ ਗੱਲਾਂ ਬਹੁਤ ਛੇਤੀ ਚੇਤੇ ਆਉਂਦੀਆਂ ਨੇ, ਜਿੰਨੀਆਂ ਵੀ ਪਾਰਟੀਆਂ ਹੋਣ। ਜਿਵੇਂ ਮਤਰੇਈ ਵਾਲਾ ਸਲੂਕ ਕੀਤਾ ਅਕਾਲੀ ਦਲ ਵਾਲੇ ਵੀ ਕਹਿੰਦੇ ਨੇ, ਪਰ ਜਦੋਂ ਅੱਜ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਿਚਾਲੇ ਜਿਹੜੀ ਹੈ ਹਰਿਆਣੇ ਦੇ ਵਿੱਚ ਉਹ ਬੀਜੇਪੀ ਦੀ ਸਰਕਾਰ ਹੈ। ਗੱਲ ਪਾਣੀਆਂ ਦੇ ਮੁੱਦੇ ਦੀ ਮੈਂ ਛੇੜਨ ਲੱਗਿਆ ਕਿ ਉਧਰੋਂ ਤਾਂ ਹਿਮਾਚਲ ਵਾਲੇ ਬਾਈਪਾਸ ਕਰਨ ਲੱਗੇ ਪਾਣੀ ਨੂੰ, ਉਹ ਰੌਲਾ ਰੱਪਾ ਪਿੱਛੇ ਜੇ ਪਿਆ, ਤੇ ਦੂਜੇ ਬੰਨੇ ਮੁੱਖ ਮੰਤਰੀ ਸਾਹਿਬ ਪਿਛਲੇ ਦਿਨੀ ਰਾਜਸਥਾਨ ਗਏ ਸੀਗੇ, ਤੇ ਉਸ ਤੋਂ ਪਹਿਲਾਂ ਇੱਕ ਖਬਰ ਵੀ ਉੱਡੀ ਸੀ ਕਿ ਸ਼ਾਇਦ ਕੋਈ ਭਰੋਸਾ ਦੇਤਾ ਜੀ ਰਾਜਸਥਾਨ ਨੂੰ ਪਾਣੀ ਦੇਣ ਦਾ, ਤੇ ਹਰਿਆਣੇ ਵਾਲੇ ਵੀ ਸ਼ਾਇਦ ਉਮੀਦ ਕਰਦੇ ਨੇ ਕਿ ਜੇ ਇਹ ਆ ਗਏ ਤੇ ਇਹ ਸਾਨੂੰ ਪਾਣੀ ਪੰਜਾਬ ਤੋਂ ਪਾਣੀ ਦਵਾ ਦੇਣਗੇ। ਕੀ ਇੱਥੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਹੋ ਸਕਦੀ ਕਿ ਜਿਹੜਾ ਦਿੱਲੀ ਨੂੰ ਪਾਣੀ ਦਿੱਤਾ ਹੋਇਆ ਉਹਦੀ ਰੈਲਟੀ ਲੈ ਲਈਏ, ਜਿਹੜਾ ਰਾਜਸਥਾਨ ਨੂੰ ਦਿੱਤਾ ਆ ਉਹ ਤੋਂ ਲੈਣਾ? ਪਿਛਲਾ ਜਿਹੜੇ ਬੈਂਸ ਸਿਮਰਜੀਤ ਬੈਂਸ ਨੇ ਉਹ ਕਈ ਵਾਰੀ ਇਸ ਮੁੱਦੇ ਤੇ ਵਿਧਾਨ ਸਭਾ ਚ ਉਠਾ ਚੁੱਕੇ ਨੇ ਕਿ ਇਹ ਵੀ ਅਸੀਂ ਲੈ ਲਈਏ। ਇਹ ਗੱਲ ਕਿਉਂ ਨਹੀਂ ਆਉਂਦੀ? ਇੱਥੇ ਕਿਉਂ ਨਹੀਂ ਪੰਜਾਬ ਦੇ ਅਧਿਕਾਰ ਜਾਂ ਫੈਡਰਲਿਜ਼ਮ ਚੇਤੇ ਆਉਂਦਾ, ਜਾਂ ਕਿਸੇ ਸੂਬੇ ਦੇ ਅਧਿਕਾਰ ਚੇਤੇ ਆਉਂਦੇ ਸਾਰੇ ਮਸਲੇ? ਇਹ ਸਿਮਰਨਜੀਤ ਬੈਂਸ ਜਾਂ ਅਕਾਲੀ ਦਲ ਦੋਨਾਂ ਨੂੰ ਸੂਟ ਕਰਦਾ, ਹੋਰ ਕਿਸੇ ਨੂੰ ਇਹ ਮੁੱਦਾ ਇਸ ਤਰ੍ਹਾਂ ਸੂਟ ਨਹੀਂ ਕਰਦਾ। ਕਿਉਂਕਿ ਜਦੋਂ ਬਾਕੀ ਪਾਰਟੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ ਹੋਵੇ, ਜਦੋਂ ਉਹਨਾਂ ਨੇ ਬਾਕੀ ਸੂਬਿਆਂ 'ਚ ਪੈਰ ਪਸਾਰਨੇ ਨੇ, ਫਿਰ ਉੱਥੇ ਜਾ ਕੇ ਕੀ ਕਹਿਣ? ਮਤਲਬ ਇਹ ਜੇਕਰ ਇਹ ਇੱਥੋਂ ਇਹ ਕਹਿ ਦੇਣ ਕਿ ਅਸੀਂ ਰਾਜਸਥਾਨ ਨੂੰ ਇੱਕ ਤੁਪਕਾ ਵੀ ਪਾਣੀ ਦਾ ਨਹੀਂ ਦੇਣਾ, ਕਾਂਗਰਸ ਵਾਲੇ ਕਹਿ ਦੇਣ, ਮੰਨ ਲਓ ਬੀਜੇਪੀ ਵਾਲੇ ਕਹਿ ਦੇਣ, ਮੰਨ ਲਓ ਹਾਈਪੋਥੈਟਿਕਲੀ ਕਹਿੰਦੇ ਆ ਆਮ ਆਦਮੀ ਪਾਰਟੀ ਕਹਿ ਦੇਣ, ਤਾਂ ਫਿਰ ਕੱਲ ਨੂੰ ਜਦੋਂ ਰਾਜਸਥਾਨ 'ਚ ਇਲੈਕਸ਼ਨ ਲੜਨਗੇ ਇਹ ਬਿਆਨ ਉੱਥੇ ਵੀ ਛਪਣਗੇ ਨਾ, ਉੱਥੇ ਵੀ ਭੁਲਾਏ ਜਾਣਗੇ। ਸੋ ਇਸ ਕਰਕੇ ਇਹਨਾਂ ਨੂੰ ਇਹ ਸਮਝਣਾ ਪੈਂਦਾ ਬੈਂਸ ਸਾਹਿਬ ਦਾ ਤਾਂ ਕਿਤੇ ਕੋਈ ਇੰਟਰਸਟ ਨਹੀਂ, ਉਹਨਾਂ ਦੀਆਂ ਆਪਣੀਆਂ 2-3 ਸੀਟਾਂ ਲੁਧਿਆਣੇ ਨੇ, ਉਹਨਾਂ ਤੋਂ ਤਾਂ ਜੋ ਮਰਜ਼ੀ ਬਿਆਨ ਉਹਨਾਂ ਨੂੰ ਸੂਟ ਕਰਦਾ ਹੈ ਸਾਰਾ ਕੁਝ। ਜਨਤਾ ਨੂੰ ਇਹ ਚੀਜ਼ ਅੱਛੀ ਲੱਗਦੀ ਹੈ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਜਿਹਦੇ ਵਿੱਚ ਇਹ ਦਿਖਾਈ ਦੇਵੇ ਕਿ ਹਾਂ ਇਹ ਵਾਕਈ ਜ਼ਿਆਦਤੀ ਹੈ। ਮਤਲਬ ਜਦੋਂ ਇੱਕ ਚੋਰ ਨੂੰ ਕੁੱਟਿਆ ਜਾ ਰਿਹਾ ਹੈ, ਉਦੋਂ ਲੋਕਾਂ ਦੀ ਹਮਦਰਦੀ ਇਸ ਗੱਲ ਤੇ ਹੋ ਜਾਂਦੀ ਹੈ ਵੀ ਇਹਨੂੰ ਕੁੱਟਿਆ ਕਿਉਂ ਜਾ ਰਿਹਾ ਯਾਰ, ਨਿਯਮਾਂ ਮੁਤਾਬਕ ਤੁਸੀਂ ਇਹਨੂੰ ਕਾਰਵਾਈ ਕਰੋ। ਏਦਾਂ ਥੋੜਾ ਅਧਿਕਾਰ ਹੈ ਕਿਸੇ ਨੂੰ ਕਿਸੇ ਦੇ ਸੱਟ ਮਾਰੋ ਜਾਂ ਇਹਦੇ ਮਨੁੱਖੀ ਅਧਿਕਾਰ ਖੋਲੋ, ਉੱਥੇ ਏਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ। ਸੋ ਇਹ ਪੈਂਤੜਾ ਲੈ ਕੇ ਬਹੁਤ ਲੋਕੀ ਬਚ ਜਾਂਦੇ ਨੇ, ਇਹ ਪੈਂਤੜੇ ਦਾ ਫਾਇਦਾ ਲੈਂਦੇ ਨੇ।
ਜਿਹੜੇ ਜਿਵੇਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ, ਜਿਨ੍ਹਾਂ ਦਾ ਰਾਜਸਥਾਨ 'ਚ ਬਾਹਲਾ ਕੋਈ ਕੁਛ ਦਾ ਤੇ ਨਹੀਂ ਹੈ, ਸੋ ਉਹਨਾਂ ਨੂੰ ਇਹ ਗੱਲ ਕਹਿਣੀ ਚੰਗੀ ਲੱਗਦੀ ਹੈ ਕਿ ਅਸੀਂ ਪੰਜਾਬ ਦਾ ਇੱਕ ਤੁੱਕਾ ਨਹੀਂ ਦੇਵਾਂਗੇ। ਹਾਂ, ਪਰਦੇ ਦੇ ਪਿੱਛੇ ਜਦੋਂ ਸੱਤਾ ਸ਼ੇਅਰ ਕਰਨੀ ਹੁੰਦੀ ਹੈ, ਉਦੋਂ ਆਪਾਂ ਸਭ ਕੁਝ ਦੇਖਿਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਆਪਣੇ ਮੈਂਬਰ ਪਾਰਲੀਮੈਂਟ ਦੀ ਵਜ਼ੀਰੀ ਚਾਹੀਦੀ ਸੀ, ਉਦੋਂ ਉਹਨਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ। ਪਰੰਤੂ ਜਦੋਂ ਸਾਰਾ ਕੁਝ ਜਾਂਦਾ ਦਿਖਿਆ, ਉਹ ਰੱਸਾ ਕਸੀ ਵਾਲੀ ਗੱਲ ਵਾਂਗੂ ਤੁਰੰਤ ਪੈਂਤੜਾ ਬਦਲਿਆ ਕਿ ਨਹੀਂ ਜੀ, ਅਸੀਂ ਤੇ ਕਿਸਾਨਾਂ ਦੇ ਹੱਕ 'ਚ। ਸੋ ਇਸ ਕਰਕੇ ਇਹ ਜਿਹੜਾ ਮੁੱਦਾ ਤੁਸੀਂ ਗੱਲ ਕਰ ਰਹੇ ਹੋ, ਸੱਚ ਕਹਿਣਾ ਬੜਾ ਔਖਾ ਹੈ। ਜੇਕਰ ਜਿਹੜੀਆਂ ਸਾਡੀਆਂ ਸਟੇਟਾਂ ਦੀਆਂ ਸਰਕਾਰਾਂ ਨੇ, ਜੇਕਰ ਇਹ ਸਾਰਾ ਕੁਝ ਸੱਚ ਹੁੰਦਾ, ਫਿਰ ਤੇ ਦਰਬਾਰਾ ਸਿੰਘ ਦੀ ਬਾਹ ਮਰੋੜ ਕੇ ਪਾਣੀਆਂ ਦਾ ਮਸਲਾ ਵਾਪਸ ਲੈ ਹੀ ਨਹੀਂ ਸੀ ਜਾਣਾ। ਫਿਰ ਤਾਂ ਕੋਰਟਾਂ ਰਾਹੀਂ ਆਪੇ ਡਿਸਾਈਡ ਹੋ ਜਾਂਦਾ ਕਿ ਕਿਹਦਾ ਕਿੰਨੀ ਪਾਣੀ ਹੈ। ਉਹ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਦੋਂ ਵੀ ਸਰਦਾਰ ਦਰਬਾਰਾ ਸਿੰਘ ਜਿਹੜੇ ਮੌਜੂਦਾ ਮੁੱਖ ਮੰਤਰੀ ਸੀ, ਉਹਨਾਂ ਦੀ ਬਾਹ ਮਰੋੜ ਕੇ ਪਾਣੀਆਂ ਦਾ ਮਸਲਾ ਵਾਪਸ ਕਰਾ ਲਿਆ। ਕੋਰਟ 'ਚੋਂ ਵਾਪਸ ਆ ਕੇ ਮੁੱਖ ਮੰਤਰੀਆਂ ਨੇ ਬੈਠ ਕੇ ਤੈਅ ਕਰ ਲਿਆ, ਜੋ ਕੁਝ ਕੇਂਦਰ ਦੀ ਸਰਕਾਰ ਨੇ ਕਿਹਾ ਉਹ ਤੇ ਸਰਦਾਰ ਦਰਬਾਰਾ ਸਿੰਘ ਮੰਨ ਗਏ। ਸੋ ਅਸਲੀ ਮੁੱਦੇ ਤਾਂ ਉੱਥੇ ਹੀ ਸ਼ੁਰੂ ਹੁੰਦੇ ਨੇ ਨਾ। ਸੋ ਇਸ ਕਰਕੇ ਇਹ ਵੀ ਸੱਚ ਹੈ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੰਨਾ ਲੰਮਾ ਸਮਾਂ ਬੀਜੇਪੀ ਨਾਲ ਰਲ ਕੇ ਚੱਲੇ, ਕੇਂਦਰ 'ਚ ਬੀਜੇਪੀ ਦੀ ਸਰਕਾਰ ਸੀ, ਇੱਕ ਮਸਲਾ ਨਹੀਂ ਹੱਲ ਕਰਾ ਸਕੇ, ਉਦੋਂ ਬੈਠ ਕੇ ਕਦੇ ਨਹੀਂ ਗੱਲ ਹੋਈ। ਹੁਣ ਜਿਹੜੇ ਇਸ਼ੂ ਆਉਂਦੇ ਨੇ ਨਾ, ਸੋ ਇਸ ਕਰਕੇ ਇਹ ਮੌਕੇ ਤੇ ਪੈਂਤੜਾ ਬਦਲਦੇ ਰਹਿਣਾ, ਮਤਲਬ ਉਦੋਂ ਇਹ ਚੀਜ਼ ਯਾਦ ਆ ਜਾਣੀ। ਸੋ ਇਸ ਕਰਕੇ ਇਹ ਮੈਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ, ਬੀਜੇਪੀ ਦਾ, ਅਕਾਲੀ ਦਲ ਦਾ, ਇਹਨਾਂ ਜਿਨ੍ਹਾਂ ਦਾ ਸਟੇਕ ਕੱਲੀ ਇੱਕ ਸਟੇਟ 'ਚ ਹੈ, ਉਹ ਕੱਲੀ ਸਟੇਟ ਦੀ ਗੱਲ ਕਰਨਗੇ। ਜਿਨ੍ਹਾਂ ਦਾ ਸਟੇਕ ਇੱਕ ਤੋਂ ਵੱਧ ਸਟੇਟਾਂ 'ਚ ਹੈ, ਉਹ ਕੌਮੀ ਰਾਜਨੀਤੀ ਦੀ ਗੱਲ ਕਰਨਗੇ, ਉਹ ਦੇਸ਼ ਦੇ ਖਤਰੇ ਦੀ ਗੱਲ ਕਰਨਗੇ, ਉਹ ਪਾਕਿਸਤਾਨ ਦੀ ਗੱਲ ਕਰਨਗੇ, ਉਹ ਚੀਨ ਦੀ ਗੱਲ ਕਰਨਗੇ। ਜਦੋਂ ਜਿਵੇਂ ਅਕਾਲੀ ਦਲ ਹੈ, ਅਕਾਲੀ ਦਲ ਦਾ ਕਦੇ ਪਾਕਿਸਤਾਨ ਨਾਲ ਕੋਈ ਲੜਾਈ ਨਹੀਂ ਹੋਈ, ਕੌਮੀ ਪੱਧਰ ਤੇ ਮਤਲਬ ਉਹਨਾਂ ਦਾ ਉਹਦੇ ਨਾਲ ਕੋਈ ਝਗੜਾ ਨਹੀਂ। ਕਿਉਂ? ਕਿਉਂਕਿ ਉਹ ਕੌਮੀ ਸਿਆਸਤ 'ਚ ਹੈ ਨਹੀਂ, ਉਹਨਾਂ ਦਾ ਸਟੇਕ ਨਹੀਂ ਕੌਮੀ ਸਿਆਸਤ ਵਿੱਚ। ਇਸ ਕਰਕੇ ਇਹ ਹੈ, ਜਿਹੜੇ ਸਾਡੇ ਲੋਕਲ ਲੀਡਰ ਨੇ, ਛੋਟੀਆਂ ਪਾਰਟੀਆਂ ਨੇ, ਉਹ ਆਪਣੇ ਖੇਤਰੀ ਪੱਧਰ ਦੇ ਮੁੱਦਿਆਂ ਨੂੰ ਜ਼ਿਆਦਾ ਉਭਾਰਦੇ ਨੇ, ਉਹ ਜ਼ਿਆਦਾ ਅਪੀਲ ਕਰਦੇ ਨੇ, ਉਹਨਾਂ ਨਾਲ ਜਨਤਾ ਦੇ ਵਿੱਚ ਉਹਨਾਂ ਦੀ ਭੱਲ ਜ਼ਿਆਦਾ ਬਣਦੀ ਹੈ। ਸੋ ਸਾਰੀਆਂ ਪਾਰਟੀਆਂ ਨੂੰ ਇਹ ਇੱਕ ਮਜਬੂਰੀ ਹੁੰਦੀ ਹੈ ਉਹਨਾਂ ਦੀ ਕਿ ਜਨਤਾ ਨੂੰ ਆਪਣੇ ਨਾਲ ਜੋੜਨ ਲਈ ਉਹ ਮੁੱਦਾ ਖੜਾ ਕਰਨਾ ਜਿਹੜੇ ਦੀ ਜਨਤਾ ਦੇ ਵਿੱਚ ਭਾਵਨਾਤਮਕ ਅਪੀਲ ਹੋਵੇ। ਇਹ ਕਾਰਨ ਹੈ ਜੀ। ਤੇ ਜੋ ਕੁਝ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਹੈ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ, ਕੀ ਇਹਨੂੰ ਵੀ ਭਾਵਨਾਤਮਕ ਹੀ ਸਮਝਿਆ ਜਾਵੇ ਜਾਂ ਫਿਰ ਇਹਦੇ ਪਿੱਛੇ ਕੋਈ ਗੁੱਜੀ ਸਿਆਸੀ ਰਮਜ਼ ਵੀ ਸਮਝੀ ਜਾਵੇ? ਜਿਵੇਂ ਅਕਾਲੀ ਦਲ ਵਾਰ-ਵਾਰ ਆਪਣੀਆਂ ਸਫਾਈਆਂ ਦੇ ਰਿਹਾ, ਸ਼੍ਰੋਮਣੀ ਕਮੇਟੀ ਆਪਣੇ ਤਰਫੋਂ ਕਹਿ ਰਹੀ ਹੈ, ਪੀਟੀਸੀ ਚੈਨਲ ਵੱਲੋਂ ਆਪਣੇ ਤਰਫੋਂ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਇਹੋ ਜਿਹਾ ਸਾਬਤ ਕਰਕੇ ਦਿਖਾਵੇ, ਅਸੀਂ 1 ਕਰੋੜ ਦਾ ਇਨਾਮ ਦੇਵਾਂਗੇ। ਇਹ ਲਗਾਤਾਰ ਵੀਡੀਓਜ਼ ਜਾਂ ਚਰਚਾਵਾਂ ਲਗਾਤਾਰ ਸੋਸ਼ਲ ਮੀਡੀਆ ਤੇ ਹੁਣ ਵੀ ਇਹ ਚੱਲ ਰਿਹਾ ਕਿ ਸੁਖਬੀਰ ਬਾਦਲ ਹੋਰਾਂ ਨੂੰ ਤੁਸੀਂ ਕਿਵੇਂ ਕਹਿ ਦਿੱਤਾ ਕਿ ਜੀ, ਇਸ਼ਾਰਾ ਤਾਂ ਚਲੋ ਗੱਲਾਂ-ਗੱਲਾਂ 'ਚ ਮੁੱਖ ਮੰਤਰੀ ਸਾਹਿਬ ਨੇ ਸਿੱਧਾ ਸਪਸ਼ਟ ਕੀਤਾ ਸੀਗਾ ਕਿ ਅਸੀਂ ਉਹਨਾਂ 'ਚੋਂ ਨਹੀਂ ਜਿਹੜੇ ਕਦੇ ਦਾੜੀ ਖੋਲ ਲੈਂਦੇ ਨੇ। ਤਾਂ ਫਿਰ ਇਹਨੂੰ ਮੁੱਦਾ ਧਰਮ ਦਾ ਫੇਰ ਬਣਾ ਦਿੱਤਾ ਗਿਆ ਕਿ ਜੀ ਜਥੇਦਾਰ ਸਾਹਿਬ ਇਹਦੇ ਤੇ ਕੁਝ ਕਰਨ, ਜਾਂ ਫਿਰ ਇਹਨੂੰ ਉਸ ਤਰੀਕੇ ਨਾਲ ਜੋੜ ਦਿੱਤਾ ਜਾਂਦਾ। ਇਹਨੂੰ ਫਿਰ ਕਿਸ ਹਿਸਾਬ ਨਾਲ ਦੇਖਦੇ ਹੋ? ਦੇਖੋ, ਤੁਹਾਡੇ ਸਾਹਮਣੇ ਇਹ ਇੱਕ ਹੁੰਦਾ ਹੈ ਕਿ ਜਿਹੜੇ ਵਿਰੋਧੀ ਧਿਰ ਹੁੰਦੀ ਹੈ, ਚਾਹੇ ਉਹ ਸਿਆਸੀ ਦੁਸ਼ਮਣੀ ਹੋਵੇ, ਚਾਹੇ ਉਹ ਸਿਆਸੀ ਵਿਰੋਧਤਾ ਹੋਵੇ, ਜਦੋਂ ਵੀ ਵਿਰੋਧੀ ਸਾਡਾ ਕਮਜ਼ੋਰ ਹੁੰਦਾ ਹੈ ਜਾਂ ਉਹਦੀ ਕੋਈ ਕਮਜ਼ੋਰ ਕੜੀ ਹੁੰਦੀ ਹੈ, ਇਹ ਯਤਨ ਹੁੰਦਾ ਹੈ ਰਣਨੀਤੀ ਦੇ ਵਿੱਚ ਕਿ ਉਸ ਤੇ ਸੱਟ ਮਾਰੀ ਜਾਵੇ। ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਹੈ ਜਿਹੜਾ, ਉਹ ਕਮਜ਼ੋਰ ਹੋਇਆ ਹੈ ਤੇ ਅਜੇ ਵੀ ਉਹ ਕਮਜ਼ੋਰੀ ਚੋਂ ਉਹਦੇ ਉਭਾਰ ਦਾ ਇੱਕਦਮ ਕੋਈ ਸਿਚੁਏਸ਼ਨ, ਸਥਿਤੀ ਨਹੀਂ ਬਣ ਰਹੀ ਕਿ ਉਹ ਇੱਕਦਮ ਉੱਪਰ ਆਵੇ। ਮਤਲਬ ਇਹ ਵੀ ਨਹੀਂ ਮੈਂ ਕਹਿੰਦਾ ਕਿ ਹਾਲੇ ਉਹਨਾਂ ਦਾ ਵੋਟ ਬੈਂਕ ਹੈ ਜਿਹੜਾ, ਉਹ ਬਹੁਤ ਦੂਰ ਨਹੀਂ ਗਿਆ ਹੈ, ਉਹ ਅਜੇ ਵੀ ਸਿੱਖੀ ਭਾਵਨਾਵਾਂ ਨਾਲ ਜੁੜਿਆ ਹੋਇਆ। ਪਰੰਤੂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਬਾਦਲ ਸਾਹਿਬ ਦੇ ਮਰਨ ਤੋਂ ਬਾਅਦ ਇੱਕ ਮਾਨਸਿਕ ਅਵਸਥਾ ਲੋਕਾਂ ਦੀ ਇਸ ਤਰ੍ਹਾਂ ਬਣੀ ਹੋਈ ਸੀ ਕਿ ਬਾਦਲ ਸਾਹਿਬ ਦੇ ਮਰਨ ਤੋਂ ਬਾਅਦ, ਉਹਨਾਂ ਦੀ ਮੌਤ ਤੋਂ ਬਾਅਦ, ਸ਼ਾਇਦ ਸੁਖਬੀਰ ਬਾਦਲ ਨੂੰ ਨੌਜਵਾਨ ਵੋਟਰ ਨਾ ਐਕਸੈਪਟ ਕਰੇ। ਇਸ ਗੱਲ ਨੂੰ ਧਿਆਨ 'ਚ ਰੱਖ ਕੇ ਜਿਹੜੀਆਂ ਵੀ ਵਿਰੋਧੀ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਵੀ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਉਹ ਅਕਾਲੀ ਦਲ ਤੇ ਹਮਲਾ ਕਰ ਰਹੀਆਂ ਨੇ, ਹਮਲਾਵਰ ਨੇ, ਕਿ ਉਹ ਜਿਹੜਾ ਵੋਟ ਬੈਂਕ ਹੈ ਉਹ ਤੇ ਫੋਕਸ ਰੱਖ ਕੇ ਚੱਲਿਆ ਜਾਵੇ। ਉਹਦੇ ਵਿੱਚ ਅਕਾਲੀ ਦਲ ਦੇ ਵਿੱਚੋਂ ਇਹ ਵਿਰੋਧੀ ਸੁਰਾਂ ਬਹੁਤ ਉੱਠੀਆਂ ਕਿ ਇੱਥੇ ਇੱਕ ਪਾਰਟੀ ਦਾ ਕਬਜ਼ਾ ਹੈ। ਇਹਨੂੰ ਕਮਜ਼ੋਰ ਕੜੀ ਸਮਝਦੇ ਹੋਏ ਭਗਵੰਤ ਮਾਨ ਨੇ ਮੌਕੇ ਦਾ ਫਾਇਦਾ ਉਠਾ ਕੇ ਉਸ ਨੇ ਇਸ ਤੇ ਹਮਲਾ ਕੀਤਾ।
ਔਰ ਭਗਵੰਤ ਮਾਨ ਨੇ ਜੇ ਤੁਸੀਂ ਦੇਖਿਆ ਹੋਵੇ ਆਪਣੀ ਭਾਵਨਾਤਮਕ ਸਪੀਚ ਦੇ ਵਿੱਚ ਉਹ ਇਹ ਗੱਲ ਕਹਿ ਵੀ ਬੈਠੇ ਕਿ ਮੈਨੂੰ ਪੱਕੀ ਜਾਣਕਾਰੀ ਹੈ ਕਿ ਜਿਹੜਾ ਪੀਟੀਸੀ ਸਿਮਰਨ ਚੈਨਲ ਸੀ ਉਹਨੂੰ ਇਹਨਾਂ ਨੇ ਡਿਕਲੇਅਰ ਕਰ ਦੇਣਾ ਸੀ ਕਿ ਇਹ ਐਸਜੀਪੀਸੀ ਦਾ ਹੀ ਚੈਨਲ ਹੈ, ਇੱਕ ਚੈਨਲ ਨੂੰ ਛੱਡ ਕੇ। ਤੇ ਉਸ ਮੌਕੇ ਦਾ ਫਾਇਦਾ ਉਠਾ ਕੇ ਭਗਵੰਤ ਮਾਨ ਨੇ ਇੱਕ ਸਥਿਤੀ ਖੜੀ ਕਰ ਦਿੱਤੀ। ਭਾਵੇਂ ਮੈਨੂੰ ਇਹ ਲੱਗਦਾ ਕਿ ਇਸ ਤੋਂ ਬੈਟਰ ਸਥਿਤੀ ਹੋ ਸਕਦੀ ਸੀ ਭਗਵੰਤ ਮਾਨ ਕੋਲ, ਜੇਕਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਇਸ ਸਿਆਸੀ ਰਣਨੀਤੀ ਨੂੰ ਏਦਾਂ ਚਲਾਉਂਦੇ ਕਿ ਸਾਰਾ ਬੋਝ ਐਸਜੀਪੀਸੀ ਉੱਤੇ ਸਿੱਟ ਦਿੰਦੇ। ਇਸ ਤਰ੍ਹਾਂ ਦੀ ਸਥਿਤੀ ਖੜੀ ਕਰਦੇ ਕਿ ਦੇਖੋ ਐਸਜੀਪੀਸੀ ਨੂੰ ਜੇਕਰ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ, ਜੇਕਰ ਉਹ ਗੁਰਬਾਣੀ ਮੁਫਤ ਸੰਚਾਰ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਹਰ ਪੱਖੋਂ ਉਹਨਾਂ ਦੇ ਨਾਲ ਹੈ। ਤੇ ਅਸੀਂ ਆਹ ਸੁਝਾਅ ਦੇਤਾ ਜੇਕਰ ਇਹ ਐਸਜੀਪੀਸੀ ਦੇ ਵਿੱਚੋਂ ਪਾਸ ਕਰਕੇ ਲਿਆਉਣ ਅਸੀਂ ਤੁਰੰਤ ਹੀ ਕਾਰਵਾਈ ਕਰ ਦੇਵਾਂਗੇ। ਮੈਨੂੰ ਲੱਗਦਾ ਇਹਦੇ ਨਾਲ ਐਸਜੀਪੀਸੀ ਨੇ ਵੱਧ ਫਸ ਜਾਣਾ ਸੀ ਜੀ। ਸਭ ਇੱਥੇ ਜੋੜਦਾ, ਤੁਸੀਂ ਵੀ ਸੁਣਿਆ ਹੋਣਾ, ਮੈਂ ਤੁਹਾਨੂੰ ਵੀ ਭੇਜਿਆ ਸੀਗਾ, ਲੋਕਾਂ ਨੇ ਵੀ ਸੁਣਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਅਸੀਂ ਹਰ ਸਹਿਯੋਗ ਦੇਣ ਲਈ ਤਿਆਰ ਆ, ਕੈਮਰੇ ਜਾਂ ਜਿਸ ਵੀ ਢੰਗ ਦਾ ਸਟਰਕਚਰ ਚਾਹੀਦਾ। ਹੁਣ ਵੀ ਉਹਨਾਂ ਨੇ ਕਿਹਾ ਕਿ ਅਸੀਂ ਤੇ ਐਕਟ ਬਣਾ ਕੇ ਲਾਗੂ ਸ਼੍ਰੋਮਣੀ ਕਮੇਟੀ ਨਹੀਂ ਕਰਨਾ। ਹਾਲਾਂਕਿ ਉਹਨਾਂ ਨੇ ਜਿਸ ਤਰੀਕੇ ਨਾਲ ਚੇਤਾਵਨੀ ਦਿੱਤੀ ਕਿ ਜੇ ਨਹੀਂ ਕਰਦੇ ਕੋਈ ਨਹੀਂ, ਸਾਡੇ ਕੋਲ ਉਹ ਵੀ ਤਰੀਕਾ ਹੈਗਾ, ਅਸੀਂ ਉਹ ਵੀ ਕੱਢ ਲਾਂਗੇ, ਲਾਗੂ ਇਹਨਾਂ ਤੋਂ ਹੀ ਕਰਾਉਣਾ। ਇਹੀ ਆਪਣਾ ਚੈਨਲ ਸਥਾਪਿਤ ਕਰਨਗੇ, ਇਹੀ ਉਹਦੀ ਸਟ੍ਰੀਮਿੰਗ ਅੱਗੇ ਕਰਨਗੇ। ਉਹ ਢੰਗ ਤਰੀਕਾ ਜਿਵੇਂ ਉਹ ਸੰਦਾਂ ਤੋਂ ਕਬਜ਼ਾ ਹਟਾਉਣਾ ਜਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੇਗੀ ਜਿਹਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜ਼ਾਹਰ ਕੀਤਾ। ਨਹੀਂ, ਇਹ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੈਂ ਤਾਂ ਇਹ ਕਹਿਣਾ ਕਿ ਜਿਹੜਾ ਪਛੜਾ ਜਿਹੜਾ ਮੁੱਦਾ ਐਕਟ ਦਾ ਆ ਗਿਆ ਨਾ ਕਿ ਅਸੀਂ ਸੋਧ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਇਹ ਕੋਰਟ 'ਚ ਜਾਏਗਾ ਜਾਂ ਨਹੀਂ ਜਾਏਗਾ, ਇਸ ਤੋਂ ਵੀ ਬਚਿਆ ਜਾ ਸਕਦਾ ਸੀ, ਮਤਲਬ ਇਸ ਨਾਲ ਵੀ। ਪਰੰਤੂ ਸਿਆਸੀ ਜਿਹੜੀਆਂ ਧਿਰਾਂ ਨੇ, ਮੈਂ ਤੁਹਾਨੂੰ ਪਹਿਲਾਂ ਹੀ ਗੱਲ ਮੁਕਾ ਕੇ ਹਟਿਆ ਕਿ ਇਹਨਾਂ ਨੇ ਸਿਆਸੀ ਖਬਰਾਂ 'ਚ ਵੀ ਰਹਿਣਾ ਹੁੰਦਾ ਹੈ, ਇਸ ਕਰਕੇ ਕੰਟਰੋਵਰਸੀ ਜਿਵੇਂ ਫਿਲਮਾਂ ਵਾਲਿਆਂ ਦਾ ਕੰਮ ਹੁੰਦਾ ਨਾ ਕਿ ਫਿਲਮ ਦੀ ਕੰਟਰੋਵਰਸੀ ਖੜੇ ਹੋਣ ਤੋਂ ਬਿਨਾਂ ਉਹ ਫਿਲਮ ਵਿਕਦੀ ਨਹੀਂ। ਇਸ ਕਰਕੇ ਇਹਨਾਂ ਨੇ ਵੀ ਆਪਣਾ ਸੌਦਾ ਵੇਚਣਾ ਹੁੰਦਾ ਹੈ। ਉਹਦੇ ਲਈ ਭਗਵੰਤ ਮਾਨ ਜੀਆਂ ਨੇ ਜਿਹੜਾ ਸਾਰਾ ਕੁਝ ਕੀਤਾ, ਹਾਲੇ ਤੱਕ ਮੈਨੂੰ ਇਹੀ ਲੱਗ ਰਿਹਾ ਹੈ ਕਿ ਇਸ ਸਾਰੀ ਸਿਚੁਏਸ਼ਨ 'ਚ ਇੱਕ ਪਾਸੇ ਜਥੇਦਾਰ ਅਕਾਲ ਤਖਤ ਨੂੰ ਹਟਾਇਆ ਗਿਆ, ਜਿਹੜੇ ਅਕਾਲੀ ਦਲ ਦੇ ਵਿੱਚ ਕੁਝ ਸਿੱਖ ਨੁਮਾਇੰਦਿਆਂ ਨੇ ਜਾਂ ਜਿਹੜੇ ਕਿਤੇ ਨਾ ਕਿਤੇ ਦਿੱਖ ਹੈ ਉਹਨਾਂ ਦੀ ਕਿ ਕਿਤੇ ਨਾ ਕਿਤੇ ਉਹ ਸਿੱਖੀ ਦੇ ਪ੍ਰਤੀਨਿਧ ਨੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਵੀ ਰਹੇ ਨੇ, ਜਿਨ੍ਹਾਂ ਚੋਂ ਪੰਜੋਲੀ ਸਾਹਿਬ ਇੱਕ ਨੇ। ਉਹਨਾਂ ਨੇ ਸਿੱਧੇ ਸਿੱਧੇ ਇਹ ਦੋਸ਼ ਲਾਏ ਨੇ ਕਿ ਬਾਂਹ ਮਰੋੜ ਕੇ ਜਥੇਦਾਰ ਅਕਾਲ ਤਖਤ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਉਹ ਸੁਖਬੀਰ ਬਾਦਲ ਨੂੰ ਤਖਤ ਤੇ ਬੁਲਾਉਣ ਤੇ ਮਾਫੀ ਕਰ ਦੇਣ, ਪਰੰਤੂ ਉਹ ਨਹੀਂ ਮੰਨੇ। ਹੁਣ ਇਸ ਗੱਲ ਇਹ ਮੌਕੇ ਦਾ ਫਾਇਦਾ ਉਠਾ ਕੇ ਭਗਵੰਤ ਮਾਨ ਨੇ ਸਹੀ ਮੌਕਾ ਚੁਣਿਆ ਕਿ ਇਹ ਕਮਜ਼ੋਰ ਕੜੀ ਤੇ ਹਮਲਾ ਕੀਤਾ ਹੈ ਕਿ ਇੱਕ ਪਾਸੇ ਤਾਂ ਅਕਾਲੀ ਦਲ ਉਹ ਸੰਕਟ 'ਚ ਫਸਿਆ ਹੋਇਆ ਹੈ ਕਿ ਜੀ ਇਹ ਬਾਗੀ ਹੈਗਾ, ਇਹ ਜਿਹਨੂੰ ਮਰਜ਼ੀ ਤਖਤ ਦਾ ਜਥੇਦਾਰ ਬਣਾ ਸਕਦਾ, ਜਿਹਨੂੰ ਮਰਜ਼ੀ ਨਹੀਂ ਬਣਾ ਸਕਦਾ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ 'ਚ ਵੀ ਉਹ ਜਿਹੜੇ ਮੌਜੂਦਾ ਪ੍ਰਧਾਨ ਨੇ ਰਿਲੇਟਿਵਲੀ, ਮੈਂ ਇਹ ਨਹੀਂ ਕਹਿੰਦਾ ਰਿਲੇਟਿਵਲੀ, ਉਹਨਾਂ ਦੀ ਦਿੱਖ ਜਿਹੜੀ ਇੱਕ ਇਮਾਨਦਾਰ ਲੀਡਰ ਵਾਲੀ ਹੈ, ਭਲੇ ਲੀਡਰ ਵਾਲੀ ਹੈ ਬਾਕੀਆਂ ਦੇ ਮੁਕਾਬਲੇ। ਇਸ ਤੋਂ ਪਹਿਲਾਂ ਜਿਹੜੇ ਲੀਡਰ ਸੀ ਉਹਨਾਂ ਦੀ ਦਿੱਖ ਕਲੀਅਰਲੀ ਇਹ ਲੱਗ ਰਿਹਾ ਸੀ ਕਿ ਪੋਲੀਟੀਕਲ ਹੈ। ਇਹਨਾਂ ਦੀ ਥੋੜੀ ਜੀ ਦਿੱਖ ਜਿਹੜੀ ਸਾਫ਼ ਸੁਥਰੀ ਹੈ, ਉਹਨਾਂ ਨੂੰ ਇਹ ਅੱਗੇ ਲੈ ਕੇ ਆਏ ਹਾਲਾਤਾਂ 'ਚ। ਪਰ ਭਗਵੰਤ ਮਾਨ ਨੇ ਇੱਕ ਸਥਿਤੀ ਦੇ ਵਿੱਚ ਇਹਨਾਂ ਨੂੰ ਫੇਰ ਫਸਾਤਾ ਤੇ ਹੁਣ ਅਕਾਲੀ ਦਲ ਇਸ ਸੰਕਟ 'ਚ ਹੈ ਕਿ ਉਹ ਕੀ ਕਰੇ। ਹਾਂ, ਇਹ ਜ਼ਰੂਰ ਹੈ ਕਿ ਭਗਵੰਤ ਮਾਨ ਲਈ ਵੀ ਇਹ ਥੋੜੀ ਔਖੀ ਘੜੀ ਹੈ, ਕਿਉਂਕਿ ਜੇਕਰ ਭਗਵੰਤ ਮਾਨ ਜੀ ਇਹ ਚੈਨਲ ਕਾਮਯਾਬ ਹੋ ਜਾਂਦੇ ਨੇ ਇੱਥੇ ਦਰਬਾਰ ਸਾਹਿਬ ਤੋਂ ਪ੍ਰਸਾਰਣ ਦਾ, ਤਾਂ ਕੱਲ ਨੂੰ ਕੋਈ ਹੋਰ ਧਰਮ ਦਾ ਵਿਅਕਤੀ ਮੰਗ ਕਰਦਾ ਹੈ ਕਿ ਸਾਡਾ ਚੈਨਲ ਵੀ ਚਲਾਓ ਜੀ, ਸਾਡੇ ਲਈ ਇੱਕ ਨਵਾਂ ਐਕਟ ਬਣਾਓ ਜੀ ਕਿਸੇ ਮੰਦਿਰ ਤੋਂ, ਕਿਉਂਕਿ ਐਸਜੀਪੀਸੀ ਫਿਰ ਵੀ ਇੱਕ ਵੱਡਾ ਅਦਾਰਾ ਹੈ ਜਿਹੜਾ ਸਿੱਖਾਂ ਦੇ ਵਿੱਚ ਪ੍ਰਬੰਧਤ ਹੈ। ਬਾਕੀ ਧਰਮਾਂ ਦੇ ਵਿੱਚ ਏਦਾਂ ਦੇ ਅਦਾਰੇ ਨਹੀਂ ਜਿਹੜੇ ਇੱਕ ਅਦਾਰੇ ਨਾਲ ਡੀਲ ਹੋ ਜਾਵੇ। ਸੋ ਇਸ ਕਰਕੇ ਇਹਨੂੰ ਮੈਂ ਕਦੇ ਕਦੇ ਇਹ ਵੀ ਦੇਖਦਾ ਕਿ ਇਹ ਜਿਹੜੀ ਤਿੱਖੀ ਧਾਰ ਤੇ ਨੱਚਣ ਵਰਗੀ ਗੱਲ ਹੈ, ਕਿਤੇ ਕਿਤੇ ਆਪਦੇ ਗਲ 'ਚ ਹੋਰ ਵੱਡਾ ਫਾਹਾ ਹੀ ਨਾ ਪੈ ਜਾਵੇ ਜਿਹਦੇ ਨਾਲ ਹੋਰ ਵੱਡੀ ਸਮੱਸਿਆ ਖੜੀ ਹੋ ਜਾਵੇ ਕਿ ਹੁਣ ਕੀ ਕਰੀਏ। ਪਰੰਤੂ ਫਿਰ ਮੈਂ ਇਹ ਗੱਲ ਤੇ ਫਿਰ ਕਹਿਣਾ ਕਿ ਇਸ ਗੱਲ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਸੁਹਿਰਦਤਾ ਨਾਲੋਂ ਸਿਆਸੀ ਰੋਟੀਆਂ ਸੇਕਣ ਦਾ ਦੋਵੇਂ ਪਾਸਿਓਂ, ਮੈਂ ਇਕੱਲਾ ਇਹ ਨਹੀਂ ਕਿ ਮੈਂ ਆਮ ਆਦਮੀ ਪਾਰਟੀ ਤੇ ਦੋਸ਼ ਲਾਵਾਂ, ਅਕਾਲੀ ਦਲ ਬਾਦਲ ਵੱਲੋਂ ਵੀ ਤੇ ਆਮ ਆਦਮੀ ਪਾਰਟੀ ਵੱਲੋਂ ਵੀ, ਮਤਲਬ ਸਾਰੀ ਖੇਡ ਨੂੰ ਖਿੱਚ ਕੇ ਲਿਆ ਕੇ ਸਿਆਸੀ ਪਿੜ 'ਚ ਲਿਆ ਕੇ ਨਵੇੜਾ ਹੋਣਾ ਇਹਦਾ
ਉੱਥੇ ਕੀ ਹੋਏਗਾ ਉਹ ਸਮਾਂ ਦੱਸੇਗਾ, ਜਦੋਂ ਇਲੈਕਸ਼ਨ ਆਏਗੀ ਉਦੋਂ ਪਤਾ ਲੱਗੇਗਾ। ਬਿਲਕੁਲ, ਇਹ ਗੱਲ ਤੁਸੀਂ ਬਹੁਤ ਵੱਡੀ ਕਹੀ ਹੈ ਕਿ ਬਿਲਕੁਲ ਬਾਕੀ ਧਰਮਾਂ ਦੇ ਭਾਈਚਾਰੇ ਦੇ ਲੋਕ ਵੀ ਕਹਿਣਗੇ ਕਿ ਭਾਈ ਸਾਡੇ ਵਾਲੇ ਵੀ ਕੋਈ ਐਕਟ ਬਣਾਓ ਜਾਂ ਸਾਡੇ ਵਾਲੇ ਵੀ ਜਿਹੜਾ ਗੁਰੂ ਘਰ ਦਾ ਪ੍ਰਸਾਰਨ ਕਰੋ। ਤੇ ਜਦੋਂ ਇਦਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ, ਜੇ ਮੰਨ ਲਓ ਕਿ ਕਿਸੇ ਵੀ ਧਰਮ ਦੇ ਫਿਰਕੇ ਨੇ ਆਪਣੀ ਮੰਗ ਅੱਗੇ ਏਦਾਂ ਦੀ ਰੱਖਤੀ, ਜਿਵੇਂ ਈਸਾਈ ਭਾਈਚਾਰੇ ਦੀ ਗੱਲ ਕਰ ਲਓ, ਸਾਡੇ ਰਵਿਦਾਸ ਭਾਈਚਾਰਾ ਜਿਹੜਾ ਆ ਉਹਨਾਂ ਦੀ ਗੱਲ ਕਰ ਲਓ, ਜਾਂ ਹੋਰ ਜਿੰਨੇ ਧਾਰਮਿਕ ਸਥਾਨ ਜਿਹੜੇ ਹਿੰਦੂ ਭਾਈਚਾਰਾ ਉਹਨਾਂ ਦੀ ਮੰਗ ਕਰ ਲਓ, ਕਿ ਸਾਡਾ ਵੀ ਇੱਕ ਬਹੁਤ ਵੱਡਾ ਇਸ ਤਰ੍ਹਾਂ ਦਾ ਨੈਟਵਰਕ ਹੋਣਾ ਚਾਹੀਦਾ ਕਿ ਦੁਨੀਆ ਭਰ ਦੇ ਵਿੱਚ ਸਾਡੇ ਧਰਮ ਸਥਾਨ ਦੀ ਗੱਲ ਵੀ ਜਿਹੜੀ ਹੈ ਉਹ ਦੇਸ਼ਾਂ ਵਿਦੇਸ਼ਾਂ ਈਵਨ ਮੈਂ ਕਹੂੰਗਾ ਜਦ ਏਦਾਂ ਹੋਏਗਾ, ਕੱਲ ਨੂੰ ਡੇਰਾ ਸੱਚਾ ਸੌਦਾ ਵੀ ਮੰਗ ਕਰੇਗਾ। ਬਿਲਕੁਲ, ਉਹਨਾਂ ਦਾ ਵੀ ਵੋਟ ਬੈਂਕ ਆ ਕੇ ਜਵਾਬ ਨਹੀਂ ਹੋਣਾ ਕਿਸੇ ਨੂੰ। ਸਾਰੇ ਹੀ ਲਾ ਲਓ ਫਿਰ ਤਾਂ, ਡੇਰਾ ਬਿਆਸ ਵਾਲੇ ਵੀ ਉਹ ਸਾਰੇ ਜਿੱਥੇ ਪ੍ਰਧਾਨ ਮੰਤਰੀ ਸਾਰੇ ਕਰਨਗੇ, ਉਹਨਾਂ ਦਾ ਵੀ ਹੱਕ ਹੈ ਜੇਕਰ ਸਰਕਾਰ ਏਦਾਂ ਕਰੇਗੀ। ਜਿਹੜੇ ਡੇਰਿਆਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਆਪ ਪਹੁੰਚਦੇ ਨੇ, ਤੇ ਫਿਰ ਵਾਕਈ ਗੱਲ ਇਹ ਹੈ ਕਿ ਫਿਰ ਵੱਡੇ ਪੱਧਰ ਤੇ ਗੱਲ ਜਾਊਗੀ, ਜਵਾਬ ਤਾਂ ਦੇਣਾ ਪੈਣਾ। ਅੱਛਾ, ਇੱਕ ਗੱਲ ਹੋਰ ਹੈ ਇੱਥੇ ਪ੍ਰੋਫੈਸਰ ਸਾਹਿਬ, ਕਿ ਤੁਸੀਂ ਖਬਰ ਪੜ੍ਹੀ ਹੋਣੀ, ਪੰਜਾਬੀ ਟ੍ਰਿਬਿਊਨ ਚ ਆਈ ਹੈ ਕਿ ਬਹਿਬਲ ਕਲਾਂ ਗੋਲੀकांड ਦੇ 7 ਗਵਾਹਾਂ ਨੇ ਆਪਣੇ ਬਿਆਨ ਦੁਬਾਰਾ ਦਰਜ ਕਰਨ ਦੇ ਲਈ ਕਿਹਾ। ਉਂਗਲ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਤੇ ਚੁੱਕੀ ਆ। ਪਹਿਲਾਂ ਵੀ ਜਿਹੜਾ ਕੋਟਕਪੂਰਾ ਗੋਲੀकांड ਦੀ ਗੱਲ ਆਈ ਸੀ, ਉਦੋਂ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਕਿੱਥੇ ਤਾੜ ਪੱਤਰ ਲੱਗੀ, ਉਹ ਸਾਰਿਆਂ ਨੂੰ ਪਤਾ ਹੀ ਹੈ ਕੀ ਬਣਿਆ ਉਸ ਮਸਲੇ ਦਾ। ਹੁਣ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਇਸ ਸਭ ਦੇ ਪਿੱਛੇ ਵੱਡੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਬਚਾਉਣ ਦੀ ਸਾਜ਼ਿਸ਼ ਆ। ਤਾਂ ਇਹ ਕੀ ਸਮਝਿਆ ਜਾਵੇ ਕਿ ਇਹ ਸਰਕਾਰ ਵੀ ਕਹਿੰਦੀ ਸੀ ਕਿ ਅਸੀਂ ਇਨਸਾਫ ਦੇਵਾਂਗੇ, ਜਦ ਕਿ ਕੁੰਵਰ ਵਿਜੇ ਪ੍ਰਤਾਪ ਆਪ ਬਹੁਤ ਵਾਰੀ ਕਹਿ ਚੁੱਕੇ ਨੇ ਕਿ ਜੇ ਬੇਅਦਬੀ ਮਾਮਲਿਆਂ ਦਾ ਹੁਣ ਇਨਸਾਫ ਨਾ ਹੋਇਆ ਤੇ ਭੁੱਲ ਜਾਓ ਕਿ ਅਗਲੇ ਕਈ ਦਹਾਕਿਆਂ ਤੱਕ ਇਹਦਾ ਇਨਸਾਫ ਮਿਲੇਗਾ। ਤਾਂ ਫਿਰ ਇਸ ਸਭ ਨੂੰ ਕਿਵੇਂ ਦੇਖਿਆ ਜਾਏ ਕਿ ਸਰਕਾਰ ਦੇ ਵਿੱਚ ਨੇ ਕੁੰਵਰ ਵਿਜੇ ਪ੍ਰਤਾਪ, ਸਰਕਾਰ ਦੇ ਵਿੱਚ ਰਹਿੰਦਿਆਂ ਵੀ ਜੇ ਇਨਸਾਫ ਨਹੀਂ ਦਿਵਾ ਸਕਦੇ, ਤਾਂ ਫਿਰ ਕੀ ਕੋਈ ਫਿਰ ਇਹਨਾਂ ਦੇ ਨਾਲ ਖੇਡ ਖੇਡੀ ਗਈ ਜਾਂ ਫਿਰ ਇਹ ਖੇਡ ਗਏ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਇਹ ਬਹੁਤ ਹੀ ਪੇਚੀਦਾ ਹੁੰਦੀ ਹੈ। ਇਹ ਇੰਨਾ ਸੌਖਾ ਨਹੀਂ ਹੁੰਦਾ। ਤੁਹਾਡੇ ਸਾਹਮਣੇ ਕਿੰਨੇ ਲੋਕ ਨੇ 20-22 ਸਾਲ ਬਾਅਦ, 20-22 ਸਾਲ ਹੋ ਗਏ, ਕਤਲ ਦਾ ਮੁਕੱਦਮਾ ਚੱਲ ਰਿਹਾ, ਲੇਕਿਨ ਬੰਦੇ ਮੰਤਰੀ ਬਣੇ ਹੋਏ ਨੇ, ਨਾ ਉਹਨਾਂ ਨੂੰ ਸਜ਼ਾ ਹੁੰਦੀ ਹੈ, ਨਾ ਕਾਰਵਾਈ ਅੱਗੇ ਤੁਰਦੀ ਹੈ। ਇਸ ਤਰ੍ਹਾਂ ਹੀ ਕਿੰਨੀ ਦੇਰ ਹੋ ਗਈ 84 ਹੋਏ ਨੂੰ। ਇਸ ਤਰ੍ਹਾਂ ਹੀ ਬਹਿਬਲ ਕਲਾਂ ਦੇ ਵਿੱਚ ਇੰਨੇ ਗਵਾਹਾਂ ਨੂੰ ਭੁਗਤਾਉਣਾ, ਇਹ ਨਾ ਹੋਵੇ ਜਦੋਂ ਤੱਕ ਇਹ ਗਵਾਹ ਭੁਗਤਾਉਣ ਦੀ ਵਾਰੀ ਆਏ ਉਦੋਂ ਕਿਤੇ ਸਮਝ ਆਏ ਕਿ ਉਹਨਾਂ ਗਵਾਹਾਂ ਚੋਂ ਤਾਂ ਹੁਣ ਬਚਦਾ ਹੀ ਕੋਈ ਨਹੀਂ। ਮਤਲਬ ਏਦਾਂ ਦੀ ਪੋਜੀਸ਼ਨ ਵੀ ਆ ਜਾਂਦੀ ਹੈ ਇਹਨਾਂ ਕੇਸਾਂ 'ਚ। ਸੋ ਪਰੰਤੂ ਮੈਨੂੰ ਇਹ ਲੱਗਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਲੱਗ ਰਿਹਾ ਸੀ ਕਿ ਮੈਂ ਬਹਿਬਲ ਕਲਾਂ ਦੀ ਜਾਂਚ ਦੇ ਵਿੱਚ ਮੁੱਖ ਸੂਤਰ ਹੁੰਦਾ ਹੋਇਆ ਇਸ ਨੂੰ ਭਨਾ ਕੇ ਮੈਂ ਸਿਆਸਤ 'ਚ ਵੱਡੀ ਪਲੰਘ ਪੱਟਾਂਗਾ, ਔਰ ਉਹ MLA ਬਣ ਗਏ। ਲੇਕਿਨ MLA ਬਣਨ ਤੋਂ ਬਾਅਦ ਉਹਨਾਂ ਦਾ ਸਿਆਸੀ ਕੈਰੀਅਰ ਜਿਹੜਾ ਕਿਸੇ ਹੱਦ ਤੱਕ ਬਲੌਕ ਹੋ ਗਿਆ। ਉਸ ਤੋਂ ਬਾਅਦ ਬੜੀ ਚਾਰਾਜੋਈ ਕਰਨ ਦੇ ਬਾਵਜੂਦ ਪਛੀਨ ਗੋਈਆਂ ਕੀਤੀਆਂ। ਅਸੀਂ ਵੀ ਬੜੀ ਭਵਿੱਖਬਾਣੀ ਕੀਤੀ ਕਿ ਉਹ ਵੱਡਾ ਮੰਤਰੀ ਹੋਏਗਾ, ਕਦੇ ਲੱਗ ਰਿਹਾ ਸੀ ਕਿ ਹੋਮ ਮਿਨਿਸਟਰ ਹੋਣਗੇ, ਉਹ ਇਹ ਹੋਣਗੇ, ਲੇਕਿਨ ਉਹਨਾਂ ਦੇ ਆਸਾਂ ਨੂੰ ਕੋਈ ਬਹੁਤ ਜ਼ਿਆਦਾ ਬੂਰ ਪਿਆ ਨਹੀਂ। ਸੋ ਇਸ ਕਰਕੇ ਇਹਨੂੰ ਦੋਵੇਂ ਪੱਖਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਜੇਕਰ ਉਹ ਗਵਾਹ ਕੋਈ ਮੁੱਕਰ ਵੀ ਗਏ ਤਾਂ ਫਿਰ ਉਸ ਸਥਿਤੀ ਨੂੰ, ਜਿਹੜੀ ਮੈਂ ਪਹਿਲਾਂ ਗੱਲ ਦੱਸ ਕੇ ਹਟਿਆ, ਫਿਰ ਉਸ ਸਥਿਤੀ ਨੂੰ ਸਿਆਸੀ ਨੇਤਾ ਕੋਈ ਵੀ ਹੋਵੇ, ਚਾਹੇ ਉਹ ਕੁੰਵਰ ਵਿਜੇ ਪ੍ਰਤਾਪ ਦੀ ਥਾਂ ਮੈਂ ਵੀ ਹੁੰਦਾ, ਤਾਂ ਫਿਰ ਮੈਨੂੰ ਲੱਗਦਾ ਕਿ ਹੁਣ ਕੀ ਪੈਂਤੜਾ ਹੋਵੇ। ਮਤਲਬ ਇਹ ਜਿਹੜੇ ਸਿਆਸੀ ਲੋਕ ਨੇ ਇਹ ਹਰ ਇੱਕ ਪੈਂਤੜੇ ਤੇ ਆਪਣਾ ਨਵਾਂ ਪੈਂਤੜਾ ਡਿਜ਼ਾਈਨ ਕਰਦੇ ਆ ਕਿ ਹੁਣ ਕਿੱਦਾਂ ਚੱਲਿਆ ਜਾਵੇ। ਸੋ ਇਸ ਕਰਕੇ ਇਹ ਹੈ, ਇਹ ਮਸਲਿਆਂ ਦੇ ਵਿੱਚ ਇਨਸਾਫ ਮਿਲਣਾ ਆਪਦੇ ਆਪ 'ਚ ਔਖੀ ਗੱਲ ਹੈ, ਪਰੰਤੂ ਇਹਦੀ ਪਰਸੈਪਸ਼ਨ ਖੜੀ ਕਰਕੇ ਵੋਟਾਂ ਦੇ ਵਿੱਚ ਆਪਣਾ ਲਾਭ ਲੈਣਾ ਇਹ ਇੱਕ ਦੂਸਰਾ ਪੱਖ ਹੈ। ਸਾਰੇ ਰਾਜਨੇਤਾ ਨੇ ਜਿਹੜੇ ਉਹ ਇਸ ਗੱਲ 'ਚ ਲੱਗੇ ਰਹਿੰਦੇ ਨੇ ਕਿ ਆਪਾਂ ਵੋਟਾਂ ਦਾ ਫਾਇਦਾ ਤਾਂ ਲਈਏ, ਅਗਲਾ ਮਸਲਾ ਕਦੋਂ ਹੱਲ ਹੋਵੇਗਾ, ਕੀ ਹੋਏਗਾ, ਉਹ ਬਾਅਦ ਵਿੱਚ ਦੇਖਿਆ ਜਾਏਗਾ। ਜਿਹੜੀ ਧਿਰ ਅਗਰੀਵਡ ਹੁੰਦੀ ਹੈ, ਦੁਖੀ ਹੁੰਦੀ ਹੈ, ਮੰਨ ਲਓ ਅਸੀਂ ਕਹਿੰਦੇ ਵੀ ਸਿੱਖਾਂ ਦੇ ਮਨ ਬਲੂੰਦਰੇ ਗਏ, ਸਿੱਖਾਂ ਨੂੰ ਇਹ ਬਹੁਤ ਮਾਨਸਿਕ ਤੌਰ ਤੇ ਠੇਸ ਲੱਗੀ, ਉਹ ਜਿਹੜੇ ਇੱਕ ਕੁਛ ਲੋਕ ਨੇ ਉਹ ਵਿਚਾਰੇ ਲਗਾਤਾਰ ਸੰਘਰਸ਼ 'ਚ ਲੱਗੇ ਰਹਿਣਗੇ ਤੇ ਉਹਨਾਂ ਦੇ ਸੰਘਰਸ਼ ਦਾ ਫਾਇਦਾ ਉਠਾ ਕੇ ਰਾਜਨੀਤੀਵਾਨ ਨੇ ਜਿਹੜੇ ਉਹ ਮੌਕੇ ਅਨੁਸਾਰ ਫੇਰ ਪੈਂਤੜਾ ਚੱਲ ਲੈਣਗੇ। ਸੋ ਦੂਸਰਾ ਇਹ ਹੈ ਕਿ ਇਹ ਪੈਂਤੜਾ ਜਿਹੜਾ ਇਹ ਵੀ ਕਸ਼ਮੀਰ ਦੀ ਸਮੱਸਿਆ ਵਾਂਗੂ ਹੈ। ਜੇਕਰ ਇਹ ਬਹਿਬਲ ਕਲਾਂ ਦੀ ਤੇ ਸੱਚੇ ਸੌਦੇ ਵਾਲਿਆਂ ਦੀ ਮਾਫੀ, ਇਹ ਦੋ ਮੁੱਦੇ ਖੜੇ ਰਹਿੰਦੇ ਨੇ,
ਤਾਂ ਅਕਾਲੀ ਦਲ ਲਈ ਉਹ ਜਿੰਨੀ ਦੇਰ ਇਹ ਮੁੱਦੇ ਕਿਸੇ ਪਾਸੇ ਲੱਗਦੇ ਨਹੀਂ, ਅਕਾਲੀ ਦਲ ਦਾ ਛੁਟਕਾਰਾ ਹੋਣਾ ਬਹੁਤ ਔਖਾ ਹੈ। ਇਸ ਕਰਕੇ ਸਮੇਂ-ਸਮੇਂ ਤੇ ਦੂਜੀਆਂ ਪਾਰਟੀਆਂ ਨੂੰ ਇਹ ਬਹੁਤ ਕਮਾਲ ਦਾ ਮੁੱਦੇ ਨੇ ਦੋਵੇਂ ਹੀ ਅਕਾਲੀ ਦਲ ਨੂੰ ਫਸਾਉਣ ਲਈ। ਔਰ ਅਕਾਲੀ ਦਲ ਬੜੀ ਦੇਰ ਤੋਂ ਲੱਗਿਆ ਹੋਇਆ ਹੈ। ਮੈਂ ਜ਼ਿਕਰ ਕਰਕੇ ਹਟਿਆ, ਇਹ ਕਣਸੂਆਂ ਬਾਹਰ ਆ ਰਹੀਆਂ ਨੇ ਕਿ ਇਹੀ ਮਤਲਬ ਇਹ ਢੰਗ ਨਾਲ ਮਾਫੀ ਮੰਗਣਾ ਚਾਹੁੰਦਾ ਅਕਾਲੀ ਦਲ ਵੀ ਕਿਸੇ ਤਰ੍ਹਾਂ ਇਹ ਮੁੱਦੇ ਗਲੋਂ ਲੈ ਜਾਣ, ਓਵਰਆਲ ਮਾਫੀ ਮੰਗ ਕੇ ਕੰਮ ਚੱਲ ਜੇ। ਪਰੰਤੂ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਉਹਨੂੰ ਫਿਕਸ ਕਰਕੇ ਰੱਖਦੀਆਂ ਨੇ, ਨਹੀਂ ਕਿ ਸਪੈਸੀਫਿਕ ਫਸਾ ਕੇ ਰੱਖੋ ਇਹਨਾਂ ਨੂੰ, ਔਰ ਇਹ ਮੁੱਦੇ ਐਵੇਂ ਖੜੇ ਰਹਿਣਗੇ। ਮੈਨੂੰ ਘੱਟ ਆਸ ਹੈ ਇਹਦੇ ਵਿੱਚ ਕੋਈ ਇਨਸਾਫ ਮਿਲੇਗਾ ਜਾਂ ਰੀਅਲ ਜਿਹੜੇ ਅਸਲੀਅਤ ਦੋਸ਼ੀ ਪਕੜੇ ਜਾਣਗੇ, ਉਹ ਮੈਨੂੰ ਘੱਟ ਆਸ ਹੈ। ਪਰੰਤੂ ਮੁੱਦੇ ਖੜੇ ਰਹਿਣਗੇ, ਇਹ ਆਸ ਵੱਧ ਹੈ। ਬਿਲਕੁਲ ਬਿਲਕੁਲ, ਇੱਕ ਗੱਲ ਤਾਂ ਯਕੀਨਨ ਹੈ ਨਾ ਪ੍ਰੋਫੈਸਰ ਸਾਹਿਬ ਕਿ ਇਹ ਜੇ ਮਸਲਾ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਜੋ ਛਾਪ ਬਣ ਚੁੱਕੀ ਹੈ ਅਕਾਲੀ ਦਲ ਪ੍ਰਤੀ ਜਾਂ ਇਸ ਗੋਲੀ ਕਾਂਡ ਦੇ ਪ੍ਰਤੀ ਜਾਂ ਬਾਈਬਲ ਕਲਾਂ ਪ੍ਰਤੀ ਜੋ ਕੁਝ ਹੋਇਆ ਸੀ, ਲੋਕਾਂ ਨੇ ਦੇਖਿਆ, ਉਸ ਵਿੱਚੋਂ ਇੱਕ ਰੋਸ ਖੜਾ ਹੋਇਆ, ਸਰਬੱਤ ਖਾਲਸਾ ਹੋਇਆ, ਉਹ ਸਾਰਾ ਕੁਝ ਹੈ। ਹੁਣ ਜੇ ਲੋਕ ਚੁੱਪ ਕੀਤੇ ਬੈਠੇ ਨੇ ਜਾਂ ਅਕਾਲੀ ਦਲ ਹਾਸ਼ੀਏ ਤੇ ਹੈ, ਤੇ ਉਹ ਲੋਕਾਂ ਦੇ ਅੰਦਰ ਜਿਹੜੀ ਚੇਤਨਾ ਆ ਜਾਂ ਉਹਨਾਂ ਨੇ ਜ਼ੋਰ ਨੂੰ ਦੇਖਿਆ ਪਰਖਿਆ, ਹੁਣ ਕੋਈ ਭਾਵੇਂ ਦੁੱਧ ਧੋਤਾ ਜਿਵੇਂ ਮਰਜ਼ੀ ਕਿਸੇ ਵੀ ਢੰਗ ਨਾਲ ਸਾਹਮਣੇ ਆ ਜਾਏ ਤਾਂ ਵੀ ਲੋਕਾਂ ਨੇ ਯਕੀਨ ਨਹੀਂ ਕਰਨਾ। ਉਹਨਾਂ ਨੂੰ ਪਤਾ ਆ ਕਿ ਕਿਹੜੇ ਵਰਤਾਰੇ ਉਹਦੇ ਵਿੱਚ ਜਿਹੜੀ ਸਿਆਸੀ ਖੇਡ ਅਕਾਲੀ ਦਲ ਨੇ ਖੇਡੀ, ਪਤਾ ਨਹੀਂ ਉਹਨਾਂ ਦਾ ਸਲਾਹਕਾਰ ਕੌਣ ਸੀ ਉਹ ਮਾਫੀ ਦੇਣ ਵਾਲੀ, ਉਹਦਾ ਅਕਾਲੀ ਦਲ ਨੂੰ ਕੋਈ ਤੋੜ ਨਹੀਂ ਲੱਭ ਰਿਹਾ, ਉੱਥੋਂ ਬਚਣ ਦਾ ਕੋਈ ਤੋੜ ਨਹੀਂ ਲੱਭ ਰਿਹਾ। ਬਿਲਕੁਲ ਬਿਲਕੁਲ, ਉਹ ਮਤਲਬ ਉਹਨਾਂ ਲਈ ਬਹੁਤ ਘਾਤਕ ਸਾਬਤ ਹੋਈ ਹੈ। ਹਾਂ ਬਿਲਕੁਲ ਬਿਲਕੁਲ, ਭਾਵੇਂ ਸਿਆਸੀ ਤੌਰ ਤੇ ਜਿੰਨਾ ਮਰਜ਼ੀ ਕਿਸੇ ਮੁੱਦੇ ਨੂੰ ਭੜਕਾਈ ਜਾਣ ਜਾਂ ਦਬਾ ਲੈਣ, ਜੋ ਮਰਜ਼ੀ ਕਰ ਲੇ ਕੋਈ ਵੀ ਧਿਰ, ਪਰ ਜਿਵੇਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਤੇ ਲੋਕਾਂ ਨੇ ਲਾਇਆ ਖੂੰਜੇ, ਇਸੇ ਤਰ੍ਹਾਂ ਬਾਕੀ ਪਾਰਟੀਆਂ ਨੂੰ ਵੀ ਲਾਇਆ ਤੇ ਇਸ ਪਾਰਟੀ ਤੋਂ ਵੀ ਹਿਸਾਬ ਇਸੇ ਢੰਗ ਨਾਲ ਮੰਗਿਆ ਜਾਏਗਾ ਕਿ ਦੱਸੋ ਜੀ ਤੁਸੀਂ ਕੀ ਕੀਤਾ। ਅੱਜ ਨਹੀਂ ਤੇ ਕੱਲ ਮੁੱਦੇ ਇਹ ਨਹੀਂ ਕਿਤੇ ਜਾਣ ਲੱਗੇ। ਲੋਕ ਬੇਅਦਬੀ ਦਾ ਮਸਲਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਆਖਰੀ ਖਬਰ ਕਰਦੇ ਹਾਂ ਪ੍ਰੋਫੈਸਰ ਸਾਹਿਬ, ਇਹ ਵੀ ਬੇहद ਅਹਿਮ ਹੈ ਕਿ ਇੱਕ ਰਿਪੋਰਟ ਜਾਂ ਕਹਿ ਲਓ ਕਿ ਇੱਕ ਮਤਲਬ ਕਿ ਪੰਜਾਬ ਵਿਜੀਲੈਂਸ ਦੇ ਨਾਮ ਦੇ ਉੱਤੇ ਕੁਝ ਪਰਚੇ ਜਿਹੜੇ ਨੇ ਉਹ ਵਾਇਰਲ ਹੋ ਰਹੇ ਨੇ ਕਿ ਦੇਖੋ ਜੀ ਕਿਵੇਂ ਜਿਹੜਾ ਮਾਲ ਮਹਿਕਮਾ ਉਹਦੇ ਵਿੱਚ ਭ੍ਰਿਸ਼ਟਾਚਾਰ ਚੱਲਦਾ ਹੈ। ਸਰਕਾਰ ਤਾਂ ਕਹਿੰਦੀ ਕਿ ਅਸੀਂ ਸਾਰਾ ਕੁਝ ਬੰਦ ਕੀਤਾ, ਆਨਲਾਈਨ ਕਰ ਰਹੇ ਹਾਂ ਜਾਂ ਜਿਸ ਵੀ ਢੰਗ ਨਾਲ ਕਰ ਰਹੇ ਹਾਂ, ਜ਼ੀਰੋ ਟੋਲਰੈਂਸ ਰਿਸ਼ਵਤ ਦੇ ਉੱਤੇ, ਪਰ ਉਹ ਜਿਹੜੀਆਂ ਲਿਸਟਾਂ ਬਾਹਰ ਆਈਆਂ ਨੇ ਉਹ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ। ਹੁਣ ਆਥੈਂਟਿਕੇਟ ਨੇ ਜਾਂ ਨਹੀਂ, ਪਰ ਇਹ ਹੈ ਵੀ ਉਹਨਾਂ ਤੇ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਾਂ ਉਹਨਾਂ ਲਿਸਟਾਂ ਨੂੰ ਬਾਹਰ ਕਿਹਨੇ ਵਾਇਰਲ ਕੀਤਾ ਜਾਂ ਹੁਣ ਮੌਕਾ ਮੇਲ ਕੀ ਹੈ ਇਸ ਸਮੇਂ ਦੇ ਵਿੱਚ ਜੇ ਸਾਹਮਣੇ ਆਉਂਦੀਆਂ ਜਾਂ ਜੇ ਉਹ ਲਿਸਟਾਂ ਉੱਪਰ ਤੱਕ ਪਹੁੰਚੀਆਂ ਨੇ ਤਾਂ ਉਹਨਾਂ ਨੂੰ ਕੌਣ ਬਚਾ ਰਿਹਾ ਹੈ, ਕੌਣ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਖਿਰਕਾਰ ਸੱਚ ਕੀ ਹੈ ਪਤਾ ਤਾਂ ਹੈ ਚਲੋ ਲੋਕਾਂ ਨੂੰ ਕਿ ਅੱਜ ਵੀ ਰਿਸ਼ਵਤ ਕਿੱਥੇ ਕਿੰਨੀ ਜਿਹੜਾ ਭਰ ਕੇ ਆਉਂਦਾ ਉਹਨੂੰ ਪਤਾ ਆ ਕਿ ਕਿਵੇਂ ਉਹਦੀ ਰਜਿਸਟਰੀ ਹੋ ਰਹੀ ਹੈ ਜਾਂ ਕਿਵੇਂ ਉਹਦੇ ਨਾਲ ਵਰਤਾਓ ਕੀਤਾ ਜਾਂਦਾ ਹੈ। ਜੇ ਨਹੀਂ ਕੁਝ ਲੈਣ ਦੇਣ ਤੱਕ ਨਿਬੜਦੀ ਗੱਲ ਤਾਂ ਕਿਵੇਂ ਲਟਕਾ ਦਿੱਤਾ ਜਾਂਦਾ, ਇਹ ਸਾਰਿਆਂ ਨੂੰ ਪਤਾ। ਇਹ ਜਿਹੜੇ ਮੁੱਦੇ ਨੇ ਇਹਦੇ ਨਾਲ ਵੀ ਸਰਕਾਰ ਜਿਹੜੇ ਮੁੱਦਿਆਂ ਨੂੰ ਲੈ ਕੇ ਚੱਲਦੀ ਹੈ, ਇਹ ਅੱਗ 'ਚ ਹੱਥ ਪਾਉਣ ਵਾਲੀ ਗੱਲ ਹੈ। ਸਰਕਾਰ ਨੇ ਇਹ ਦੇਖੋ ਦੋ ਮਹਿਕਮਿਆਂ ਦੇ ਬਾਰੇ ਪਰਸੈਪਸ਼ਨ ਬਣ ਗਈ ਜਾਂ ਬਣਾਈ ਗਈ। ਇਹ ਸਮਝਿਆ ਜਾਂਦਾ ਹੈ ਕਿ ਪੁਲਿਸ ਤੇ ਰੈਵਨਿਊ ਵਿਭਾਗ, ਇਹ ਇੱਕ ਪਰਸੈਪਸ਼ਨ ਬਣ ਗਈ, ਇੱਕ ਭਾਵਨਾਵਾਂ ਏਦਾਂ ਲੋਕਾਂ ਦੀਆਂ ਲੱਗੀਆਂ ਕਿ ਇਹ ਦੋ ਮਹਿਕਮੇ ਸਭ ਤੋਂ ਵੱਧ ਕਰਪਟ ਨੇ। ਪਰ ਇਹ ਵੀ ਸੱਚ ਹੈ ਕਿਤੇ ਨਾ ਕਿਤੇ ਇਹ ਮਹਿਕਮਿਆਂ ਵੱਲੋਂ ਪੈਸੇ ਨੇ ਜਿਹੜੇ ਇਕੱਠੇ ਕਰਕੇ ਉਹ ਸਰਕਾਰਾਂ ਕੋਲ ਵੀ ਉਸ ਦਾ ਹਿੱਸਾ ਪਹੁੰਚਦਾ ਹੈ। ਏਦਾਂ ਕੋਈ ਕਮਲਾ ਨਹੀਂ ਹੈਗਾ ਕਿ ਉਹਨਾਂ ਨੂੰ ਤੈਨਾਤੀ ਹੁੰਦੀ ਹੈ ਜਾਂ ਉਹਨਾਂ ਦੀਆਂ ਬਦਲੀਆਂ ਦੀਆਂ ਬੜੇ ਰੌਲੇ ਪੈਂਦੇ ਨੇ ਕਿ ਉਹਨਾਂ ਦੀਆਂ ਬਦਲੀਆਂ ਕਿਵੇਂ ਕਰਵਾਈਆਂ ਜਾਂਦੀਆਂ ਨੇ, ਕਿਵੇਂ ਹੁੰਦੀਆਂ ਨੇ। ਪਰੰਤੂ ਹੁਣ ਜੇਕਰ ਵਿਜੀਲੈਂਸ ਨੇ ਇਹ ਦੱਸ ਦਿੱਤਾ ਕਿ ਇਹ ਆਹ ਬੰਦੇ ਕਰਪਟ ਨੇ ਤੇ ਉਹਨਾਂ ਦੇ ਪੱਕੇ ਸਬੂਤ ਦੱਸਦੇ, ਜੋ ਲਿਸਟ ਜਾਰੀ ਹੋਈ ਹੈ, ਮੈਂ ਤਾਂ ਮੀਡੀਆ 'ਚ ਪੜ੍ਹੀ ਹੈ ਕਿ ਜੀ ਸੋਸ਼ਲ ਮੀਡੀਆ ਤੇ ਕਹਿ ਲਓ ਕਿ ਜੀ ਇਹ ਤਹਿਸੀਲਦਾਰ ਇਸ ਕਲਰਕ ਰਾਹੀਂ ਪੈਸੇ ਲੈਂਦਾ ਹੈ, ਆਹ ਤਹਿਸੀਲਦਾਰ ਇੱਕ ਵਸੀਕਾ ਨਵੀਸ ਰਾਹੀਂ ਲੈਂਦਾ ਹੈ, ਇਹ ਇੱਕ ਪ੍ਰਾਈਵੇਟ ਵਿਅਕਤੀ ਰਾਹੀਂ ਲੈਂਦਾ ਹੈ। ਕੀ ਇਸ ਨੂੰ ਇੰਨਾ ਉਜਾਗਰ ਕਰਨਾ ਵਾਜਬ ਲੱਗਦਾ ਹੈ? ਜੇਕਰ ਉਹਦੇ ਲਈ ਠੀਕ ਸਬੂਤ ਪੁਲਿਸ ਕੋਲ ਹੈਣ ਤਾਂ ਪੁਲਿਸ ਨੇ ਇਸ ਤੇ ਕਾਰਵਾਈ ਕਿਉਂ ਨਹੀਂ ਕੀਤੀ? ਕੀ ਪੁਲਿਸ ਆਪਣੇ ਸਿਆਸੀ ਆਕਾਵਾਂ ਕੋਲੋਂ, ਨੇਤਾਵਾਂ ਕੋਲੋਂ ਇਹ ਪੁੱਛਣਾ ਚਾਹੁੰਦੀ ਹੈ ਕਿ ਇਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਹੈ ਜਾਂ ਨਹੀਂ ਕਰਨੀ? ਇਹਦਾ ਅਰਥ ਕੀ ਬਣਦਾ ਹੈ? ਇਹਦਾ ਮਤਲਬ ਪੁਲਿਸ ਨੇ ਇਹ ਤਾਂ ਸਾਬਤ ਕਰਤਾ ਕਿ ਨਾ ਇਹ ਰਿਸ਼ਵਤ ਤਾਂ ਲੈਂਦੇ ਨੇ, ਪਰ ਸਾਨੂੰ ਦੱਸਿਆ ਜਾਵੇ ਕਿ ਕਿਤੇ ਇਹ ਰਿਸ਼ਵਤ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਪਹਿਲਾਂ ਇਹਨਾਂ ਨੂੰ ਪੁੱਛ ਕੇ ਕਾਰਵਾਈ ਹੋਊਗੀ।
ਜੇ ਰਿਸ਼ਵਤ ਲੈ ਲਈ ਤਾਂ ਕਾਰਵਾਈ ਨਿਯਮ ਬਣਦਾ, ਕਾਰਵਾਈ ਕਰੋ। ਸੋ ਇਸ ਕਰਕੇ ਮੈਨੂੰ ਲੱਗਦਾ ਇਸ ਗੱਲ ਦੇ ਵਿੱਚ ਸਰਕਾਰ ਲਈ ਇੱਕ ਹੋਰ ਗੰਭੀਰ ਸਮੱਸਿਆ ਖੜੀ ਹੋਊਗੀ। ਸ਼ਾਇਦ ਸਰਕਾਰ ਨੇ ਇਹ ਵਿਧੀ ਤਾਂ ਚਲਾਈ ਹੋਵੇ ਕਿ ਅਸੀਂ ਬਿਲਕੁਲ ਜ਼ੀਰੋ ਟੋਲਰੈਂਸ ਦਿਖਾਈਏ, ਪਰ ਮੈਨੂੰ ਪਰਸਨਲੀ ਇਹ ਲੱਗਦਾ ਵੀ ਇਹਦੇ ਵਿੱਚ ਸਰਕਾਰ ਹੋਰ ਵੱਧ ਫਸੇਗੀ। ਮੈਂ ਇਹ ਸਾਰੀ ਰਿਪੋਰਟ ਦੇਖ ਕੇ ਮੈਨੂੰ ਔਖਾ ਲੱਗਿਆ। ਮਤਲਬ ਜਾਂ ਤਾਂ ਉਹ ਬੰਦੇ ਜੇਕਰ ਦੋਸ਼ੀ ਨੇ ਤਾਂ ਹੁਣ ਤੱਕ ਪਰਚਾ ਹੋ ਕੇ ਉਹਨਾਂ ਤੇ ਕਾਰਵਾਈ ਵਿੱਢੀ ਕਿਉਂ ਨਹੀਂ ਗਈ। ਇੱਕ, ਜੇ ਉਹ ਦੋਸ਼ੀ ਨਹੀਂ, ਉਹਨਾਂ ਤੇ ਸ਼ੱਕ ਕੀਤੀ ਜਾ ਸਕਦੀ ਹੈ, ਤੇ ਸ਼ੱਕ ਤੁਸੀਂ ਪਬਲਿਕ ਦੇ ਵਿੱਚ ਲਿਆਂਦੀ, ਜਿਹੜਾ ਉਹਨਾਂ ਦਾ ਇਮੇਜ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕੌਣ ਕਰੇਗਾ? ਠੀਕ ਹੈ ਕਿ ਨਹੀਂ? ਸ਼ੱਕ ਦੇ ਆਧਾਰ ਤੇ ਤੁਸੀਂ ਕਿਸੇ ਨੂੰ ਦੋਸ਼ੀ ਡਿਕਲੇਅਰ ਤਾਂ ਨਹੀਂ ਨਾ ਕਰ ਸਕਦੇ। ਮਤਲਬ ਉਹ ਤੁਹਾਡੇ ਯਾਦ ਹੋਏਗਾ ਇੱਕ ਬੜੀ ਪੁਰਾਣੀ ਗੱਲ ਸੀ, ਅਮਰਗੜ੍ਹ ਥਾਣੇ 'ਚ ਇੱਕ ਜੇਬ ਕਤਰੀਆਂ ਫੜੀਆਂ ਗਈਆਂ, ਬਿਨਾਂ ਉਹਨਾਂ ਨੂੰ ਡਿਕਲੇਅਰ ਕੀਤੇ ਸਜ਼ਾ ਦਿੱਤੇ, ਪੁਲਿਸ ਨੇ ਉਹਨਾਂ ਦੇ ਮੱਥੇ ਤੇ ਲਿਖਤਾ ਜੇਬ ਕਤਰੀ। ਉਹਦੇ ਵਿੱਚ ਉਹ ਹਿਊਮਨ ਰਾਈਟਸ ਦੇ ਵਿੱਚ ਫਸ ਗਏ ਸੀ ਬੰਦੇ ਕਿ ਏਦਾਂ ਨਹੀਂ ਤੁਸੀਂ ਲਿਖ ਸਕਦੇ। ਸੋ ਬਿਨਾਂ ਸਬੂਤਾਂ ਤੋਂ ਜਾਂ ਤਾਂ ਪੁਲਿਸ ਕਾਰਵਾਈ ਕਰੇ। ਅੱਛਾ, ਕਮਾਲ ਦੀ ਗੱਲ ਇਹ ਹੈ ਕਿ ਲਿਸਟ ਪੁਲਿਸ ਨੇ ਬਣਾ ਕੇ ਦਿੱਤੀ ਹੈ ਕਿ ਜੀ ਆਹ ਬੰਦਾ ਕਰਪਟ ਹੈ, ਇਹਦੇ ਰਾਹੀਂ ਪੈਸੇ ਲੈਂਦਾ ਹੈ, ਆਹ ਸਾਡੇ ਕੋਲ ਪੱਕਾ ਸਬੂਤ ਹੈ। ਤੇ ਜੇ ਸਬੂਤ ਹੈ ਫਿਰ ਕਾਰਵਾਈ ਕਿੱਥੇ ਹੈ? ਜਾਂ ਤਾਂ ਲਿਸਟ ਇਹ ਜਾਰੀ ਤਾਂ ਹੁੰਦੀ ਕਿ ਅਸੀਂ ਪਰਚੇ ਦਰਜ ਕਰ ਲਏ ਨੇ, ਅਗਲੀ ਕਾਰਵਾਈ ਕੀਤੀ ਜਾਏਗੀ, ਹੁਣੇ ਲੀਕ ਹੋਗੀ ਕੋਈ ਗੱਲ ਨਹੀਂ, ਫਿਰ ਇਹ ਸਮਝ ਜਾਂਦੀ ਸੀ। ਪਰ ਨਾ ਤਾਂ ਕੋਈ FIR ਦਰਜ ਹੋਈ ਹੈ, ਨਾ ਕੋਈ ਪਰਚਾ ਦਰਜ ਹੋਇਆ, ਨਾ ਕੋਈ ਕਰਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਹੋਇਆ। ਮਤਲਬ ਇਹ ਲਿਸਟ ਕਾਹਦੇ ਲਈ ਭੇਜੀ ਗਈ ਸੀ? ਜਾਂ ਨਿਯਮਾਂ ਮੁਤਾਬਕ ਪੁਲਿਸ ਕਲੀਅਰ ਕਰੇ ਕਿ ਅਸੀਂ ਇਹ ਸਾਰੇ ਕੰਮ ਹੈ ਜਿਹੜੇ ਨੇਤਾਵਾਂ ਨੂੰ ਪੁੱਛ ਕੇ ਕਰਦੇ ਆ, ਵੀ ਜੇ ਉਹ ਕਹਿਣ ਤਾਂ ਕਾਰਵਾਈ ਹੋਵੇਗੀ, ਜਾਂ ਜੇ ਉਹ ਰਲੇ ਮਿਲੇ ਨੇ ਵੀ ਇਹਦੇ ਨਹੀਂ ਕਰਨੀ ਫਿਰ ਅਸੀਂ ਨਹੀਂ ਕਰਾਂਗੇ। ਇਹ ਗੱਲਾਂ ਦਾ ਜਵਾਬ ਦੇਣਾ ਸਰਕਾਰ ਨੂੰ ਮੇਰੇ ਮੁਤਾਬਕ ਔਖਾ ਹੋਏਗਾ। ਤੇ ਮੈਨੂੰ ਪਰਸਨਲੀ ਇਹ ਲੱਗਦਾ ਹੈ ਕਿ ਇਹ ਕਾਨੂੰਨੀ ਤੌਰ ਤੇ ਵੀ ਮੁਸ਼ਕਿਲ ਗੱਲ ਹੋਏਗੀ। ਇਸ ਚੱਕਰ 'ਚ ਕਿਤੇ ਪੁਲਿਸ ਆਫੀਸ਼ੀਅਲਸ ਤੇ ਸਿਵਲ ਸਰਵਿਸਿਜ਼ ਵਾਲੇ ਆਫੀਸਰਸ ਤੇ ਸਰਕਾਰ, ਤਿੰਨਾਂ 'ਚ ਕਿਤੇ ਤਿੱਖਾ ਟਕਰਾਅ ਨਾ ਹੋ ਜਾਵੇ, ਮੁੜ ਕੇ ਉਦੋਂ ਬਾਅਦ ਸਮਝ ਨਾ ਆਵੇ ਵੀ ਇਹ ਕੀ ਹੋਇਆ ਕੀ ਨਹੀਂ। ਇਹ ਸਥਿਤੀ ਬਣ ਸਕਦੀ ਹੈ, ਮੇਰਾ ਅੰਦਾਜ਼ਾ ਇਹ ਹੈ। ਪਤਾ ਨਹੀਂ, ਹਾਲ ਦੀ ਘੜੀ ਮੈਨੂੰ ਇਹ ਲੱਗਦਾ ਕਿ ਇਹ ਇਸ ਤਰ੍ਹਾਂ ਲੀਕ ਨਹੀਂ ਸੀ ਹੋਣੀ ਚਾਹੀਦੀ, ਨਾ ਹੀ ਇਸ ਤਰ੍ਹਾਂ ਪੁਲਿਸ ਨੂੰ ਕਿਤੇ ਇਹ ਚਿੱਠੀ ਰਾਹੀਂ ਭੇਜਣੀ ਚਾਹੀਦੀ ਸੀ। ਜੇ ਕਿਤੇ ਭੇਜਣੀ ਵੀ ਸੀ, ਕੋਈ ਆਫੀਸਰ ਤੋਂ ਜਾਂ ਕਿਸੇ ਤੋਂ ਸੈਂਕਸ਼ਨ ਲੈਣੀ ਵੀ ਸੀ, ਤਾਂ ਇਹ ਦਸਤੀ ਜਾ ਕੇ ਹਤੋ-ਹਤੀ ਕਿਸੇ ਦੇ ਧਿਆਨ 'ਚ ਲਾਉਣ ਵਾਲੀ ਗੱਲ ਸੀ। ਇਹ ਪਬਲਿਕ ਦੇ ਵਿੱਚ ਆਉਣੀ ਨਹੀਂ ਸੀ ਚਾਹੀਦੀ ਇਹ ਗੱਲ, ਮੈਨੂੰ ਏਦਾਂ ਲੱਗਦਾ। ਜੇ ਪਬਲਿਕ ਦੇ ਵਿੱਚ ਆ ਗਈ ਤੇ ਤਾਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਆਖਿਰਕਾਰ ਕਾਰਵਾਈ ਕਿਉਂ ਨਹੀਂ ਹੋਈ ਤੇ ਇਹ ਕੀ ਨਹੀਂ, ਪਬਲਿਕ ਦੇ ਵਿੱਚ ਕਾਰਵਾਈ ਹੋਣ ਤੋਂ ਬਾਅਦ ਹੋਣੀ ਚਾਹੀਦੀ ਸੀ। ਹਾਂਜੀ, ਬਿਲਕੁਲ ਬਿਲਕੁਲ। ਉਹੀ ਵੀ ਮਤਲਬ ਕਿ ਆਹ ਪ੍ਰੂਫ ਨੇ, ਇਹਨਾਂ ਪ੍ਰੂਫਾਂ ਦੇ ਆਧਾਰ ਤੇ ਅਸੀਂ ਆਹ ਕਾਰਵਾਈ ਕਰ ਦਿੱਤੀ ਹੈ, ਕਰਪਸ਼ਨ ਐਕਟ ਦੇ ਤਹਿਤ ਇਹਨਾਂ ਤੇ ਪਰਚਾ ਦਰਜ ਕਰ ਦਿੱਤਾ ਹੈ। ਮਤਲਬ ਉਹ ਬੰਦੇ ਉੱਥੇ ਪੋਸਟਡ ਨੇ, ਅੱਜ ਕੱਲ੍ਹ ਵੀ ਉੱਥੇ ਲੱਗੇ ਨੇ, ਤੇ ਇਸ ਨਾਲ ਉਹਨਾਂ ਦਾ ਇਮੇਜ ਬਹੁਤ ਬੁਰਾ ਹੋਊਗਾ। ਤੇ ਉਹ ਇਮੇਜ ਤੇ ਜਿਹੜਾ ਧੱਬਾ ਲੱਗਿਆ ਉਤੇ, ਉਹਨਾਂ ਦਾ ਵੀ ਰਾਈਟ ਹੈ। ਮਤਲਬ ਜੇ ਬਿਨਾਂ ਸਬੂਤਾਂ ਤੋਂ ਇਹ ਗੱਲ ਹੋਈ ਹੈ ਤਾਂ ਇਹ ਸਰਕਾਰ ਲਈ ਬਹੁਤ ਮਾੜੀ ਗੱਲ ਹੋਈ। ਬਿਲਕੁਲ ਬਿਲਕੁਲ। ਤਾਂ ਬਿਲਕੁਲ ਲੋਕ ਵੀ ਜਵਾਬ ਦੇ ਬਣਾਉਣਗੇ ਸਰਕਾਰਾਂ ਨੂੰ ਜਾਂ ਅਫਸਰਸ਼ਾਹੀ ਨੂੰ ਕਿ ਦੱਸੋ ਭਾਈ ਤੁਸੀਂ ਕਾਰਵਾਈ ਕੀ ਕੀਤੀ। ਮਤਲਬ ਕੀ ਮਤਲਬ ਕਿ ਗੱਲ ਤਾਂ ਉਹੀ ਆ ਗਈ ਨਾ ਕਿ ਜ਼ੀਰੋ ਟੋਲਰੈਂਸ ਹੈ ਤਾਂ ਫਿਰ ਕਿੱਥੇ ਆ? ਜੇ ਰਿਸ਼ਵਤ ਲਈ ਜਾ ਰਹੀ ਹੈ ਤਾਂ ਉਹ ਪੈਸਾ ਕਿੱਥੇ ਜਾ ਰਿਹਾ, ਕਿਹਦੀ ਜੇਬ 'ਚ ਜਾ ਰਿਹਾ, ਕਿੱਥੇ ਤੱਕ ਪਹੁੰਚ ਰਿਹਾ ਆ? ਜੇ ਏਦਾਂ ਜਾਂਚ ਪੜਤਾਲ ਹੋਣ ਲੱਗ ਗਈ ਤਾਂ ਮੈਨੂੰ ਲੱਗਦਾ ਕਿ ਨਵਿਆਂ ਦੇ ਵਿੱਚੋਂ ਵੀ ਕਈ ਜਿਹੜੇ ਨੇ ਇਹੋ ਜਿਹੇ ਚਿਹਰੇ ਸਾਹਮਣੇ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ। ਜੇ ਕਿਤੇ ਇਮਾਨਦਾਰੀ ਦੇ ਨਾਲ ਇਸ ਸਾਰੇ ਮਸਲੇ ਦੀ ਜਾਂਚ ਹੋਵੇ, ਕਿਹਨੇ ਲੀਕ ਕੀਤੀ, ਕੀ ਕੁਝ ਹੋਇਆ ਜਾਂ ਅੱਗੋਂ ਕੀ ਬਣਨਾ ਆ, ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਰਿਸ਼ਵਤ ਕਿੱਥੇ ਕਿੰਨੀ ਚੱਲਦੀ ਹੈ। ਆਪਣੇ ਵਿਚਾਰ ਤੁਸੀਂ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ, ਥੈਂਕ ਯੂ, ਸ਼ੁਕਰੀਆ।